ਪਿਆਰੇ ਵਿਦਿਆਰਥੀਓ ਨਮਸਕਾਰ। ਕੱਲ੍ਹ ਦੀ ਵੀਡੀਓ ਦੇ ਵਿੱਚ ਅਸੀਂ ਡਿਸਟੈਂਸ ਟਾਈਪ ਰਿਲੇ ਪੜ੍ਹੀ ਸੀ ਕਿ ਤਿੰਨ ਤਰ੍ਹਾਂ ਦੀ ਹੁੰਦੀ ਹੈਗੀ, ਰੈਕਟੈਂਸ ਰਿਲੇ, ਇੰਪੀਡੈਂਸ ਰਿਲੇ ਅਤੇ ਤੀਜੀ ਜਿਹੜੀ ਸੀ ਉਹ ਮੋਹਰ ਰਿਲੇ ਸੀਗੀ। ਅੱਜ ਜੋ ਅਸੀਂ ਪੜ੍ਹਨ ਜਾ ਰਹੇ ਹਾਂਗੇ, ਨੈਕਸਟ ਟੌਪਿਕ ਹੈ ਸਾਡਾ ਡਿਫਰੈਂਸ਼ੀਅਲ ਰਿਲੇ। ਡਿਫਰੈਂਸ਼ੀਅਲ ਰਿਲੇ, ਜਿਵੇਂ ਕਿ ਨਾਂ ਤੋਂ ਹੀ ਕਲੀਅਰ ਹੈਗਾ, ਇਹ ਡਿਫਰੈਂਸ਼ੀਅਲ ਰਿਲੇ ਕੰਮ ਕਰਦੀ ਹੈਗੀ ਡਿਫਰੈਂਸ ਦੇ ਉੱਪਰ। ਕਿਸੇ ਵੀ ਦੋ ਸਿਮੀਲਰ ਕੁਆਂਟੀਟੀਜ਼ ਜਿਹੜੀਆਂ ਹੁੰਦੀਆਂ ਨੇ ਸਾਡੀਆਂ, ਉਹਦੇ ਵਿਚਕਾਰ ਜਿਹੜਾ ਡਿਫਰੈਂਸ ਆਏਗਾ ਉਹਦੇ ਉੱਪਰ ਕੰਮ ਕਰੇਗੀ। ਵੀ ਇੱਕ ਸਪੋਜ਼ ਕਰੋ ਸਾਡੇ ਕੋਲੇ ਇੱਕ ਲਾਈਨ ਜਾ ਰਹੀ ਆ, ਇਸ ਲਾਈਨ ਦੇ ਦੋਨੋਂ ਪਾਸੇ ਅਸੀਂ ਕੀ ਕਰਾਂਗੇ, ਇੱਕ ਸਿਟੀ ਲਗਾ ਦਾਂਗੇ। ਇਹ ਸਿਟੀ ਅਸੀਂ ਇੱਦਾਂ ਲਗਾਇਆ ਹੋਇਆ ਹੈਗਾ, ਇਹਦੇ ਅੰਦਰ ਅਸੀਂ ਇੱਥੇ ਇੱਕ ਟ੍ਰਿਪ ਕੋਇਲ ਲਗਾਵਾਂਗੇ। ਸਿਟੀ ਦੀ ਜਿਹੜੀ ਵਾਈਂਡਿੰਗ ਕੀਤੀ ਹੋਈ ਹੈ, ਇਸ ਦੇ ਵਿੱਚ ਸਪੋਜ਼ ਕਰੋ ਕਰੰਟ ਇਸ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ ਹੈਗਾ, ਤਾਂ ਕਰੰਟ ਇੱਦਾਂ ਘੁੰਮੇਗਾ, ਇਸ ਕੋਇਲ ਦੇ ਵਿੱਚ ਦੀ ਹੁੰਦਾ ਹੋਇਆ ਵਾਪਸ ਇੱਦਾਂ ਆਪਣਾ ਇੱਕ ਕਲੋਜ਼ ਪਾਥ ਬਣਾਵੇਗਾ। ਤਾਂ ਜਿਹੜਾ ਸਾਡਾ ਇਸ ਸਾਈਡ ਵੱਲ ਅਸੀਂ ਕਰੰਟ ਦੀ ਜਿਹੜੀ ਐਡਜਸਟਮੈਂਟ ਕੀਤੀ ਹੋਈ ਹੋਵੇਗੀ, ਉਹ ਸਾਡਾ ਇਸ ਸਾਈਡ ਵੱਲ ਕਰੰਟ ਜਾਵੇਗਾ, ਇਸ ਸਾਈਡ ਵੱਲ। ਤਾਂ ਇੱਕ ਕਰੰਟ ਨੀਚੇ ਨੂੰ ਜਾ ਰਿਹਾ ਹੈਗਾ, ਇਹਨੂੰ ਆਪਾਂ I1 ਕਰੰਟ ਮੰਨ ਲਈਏ। ਇੱਕ ਕਰੰਟ ਉੱਪਰ ਜਾ ਰਿਹਾ, ਇਹਨੂੰ ਆਪਾਂ I2 ਕਰੰਟ ਮੰਨ ਲਈਏ। ਜਿੰਨੀ ਦੇਰ ਤੱਕ ਸਾਡਾ ਇੱਧਰਲੇ ਪਾਸੇ ਕੋਈ ਕਰੰਟ ਆ ਰਿਹਾ ਹੈਗਾ, ਮੰਨ ਲਓ ਸਪੋਜ਼ ਕਰੋ 5 ਐਂਪੀਅਰ ਆ ਰਿਹਾ ਹੈਗਾ, ਤਾਂ ਕਿਸੇ ਵੀ ਆਪਰੇਟਰਸ ਦੇ ਵਿੱਚੋਂ ਜਦੋਂ ਇਨ ਜਾਂਦਾ ਕਰੰਟ ਅਤੇ ਆਊਟ ਜਾਂਦਾ ਹੈਗਾ, ਉਹ ਕਰੰਟ ਸੇਮ ਹੋਣਾ ਚਾਹੀਦਾ ਹੈਗਾ, ਕਿਉਂਕਿ ਕੋਈ ਵੀ ਜਿਹੜਾ ਸਰਕਟ ਹੁੰਦਾ ਉਹ ਸੀਰੀਜ਼ ਦੇ ਵਿੱਚ ਹੁੰਦਾ ਹੈਗਾ। ਮੰਨ ਲਓ ਤੁਹਾਡੇ ਕੋਲ ਇੱਕ ਟਰਾਂਸਫਾਰਮਰ ਹੈ, ਟਰਾਂਸਫਾਰਮਰ ਦੇ ਕੇਸ ਦੇ ਵਿੱਚ ਇੱਕ ਇਨਪੁੱਟ ਹੈ ਸਾਡੀ, ਇੱਕ ਆਊਟਪੁੱਟ ਹੈਗੀ ਸਾਡੀ। ਅਸੀਂ ਜੇ ਦੋ ਇੱਥੇ ਸਿਟੀਜ਼ ਲਗਾ ਲਾਂਗੇ ਇੱਥੇ, ਤਾਂ ਓਬਵੀਅਸਲੀ ਜਿੰਨੀ ਇਨਪੁੱਟ ਜਾਣੀ ਚਾਹੀਦੀ ਹੈ ਸਾਡੀ, ਉਨੀ ਆਊਟਪੁੱਟ ਨਿਕਲਣੀ ਚਾਹੀਦੀ ਹੈ ਜਿੰਨੀ ਇਨਪੁੱਟ ਗਈ ਹੈਗੀ ਸਾਡੀ। ਜੇ ਬਾਈ ਚਾਂਸ ਇੱਥੇ ਕੋਈ ਅਰਥ ਫਾਲਟ ਪਵੇਗਾ, ਇਸ ਏਰੀਆ ਦੇ ਵਿੱਚ ਕੋਈ ਅਰਥ ਫਾਲਟ ਪਵੇਗਾ, ਤਾਂ ਓਬਵੀਅਸਲੀ ਜਿਹੜਾ ਕਰੰਟ ਆ ਸਾਡਾ ਉਹ ਅਰਥ ਦੇ ਵੱਲ ਡਿਵਰਟ ਹੋ ਜਾਏਗਾ, ਤਾਂ ਆਊਟਪੁੱਟ ਵਾਲੀ ਸਾਈਡ ਕਰੰਟ ਘਟ ਜਾਏਗਾ। ਤਾਂ ਉਹੀ ਜਿਹੜੀ ਸਾਡੇ ਇੱਥੇ ਜਿਹੜੀ ਰਿਲੇ ਲੱਗੀ ਹੋਈ, ਜਿਹੜੀ ਇੱਥੇ ਜਿਹੜੀ ਟ੍ਰਿਪ ਕੋਇਲ ਲੱਗੀ ਹੋਈ ਹੈਗੀ, ਇਹ ਸੈਂਸ ਕੀ ਕਰੇਗੀ, ਬਾਈ ਚਾਂਸ ਇੱਥੇ ਕੋਈ ਫਾਲਟ ਪੈ ਜਾਂਦਾ ਹੈਗਾ, ਤਾਂ ਉਸ ਕੇਸ ਦੇ ਵਿੱਚ ਸਾਡਾ ਆਹ ਕਰੰਟ ਤਾਂ ਜਿਹੜਾ ਹੈਗਾ ਹੀ ਆ, ਜਿਹੜਾ ਇਸ ਸਾਈਡ ਦੇ ਵਿੱਚ ਜਿਹੜਾ I2 ਕਰੰਟ ਸੀਗਾ ਸਾਡਾ ਘਟ ਜਾਏਗਾ। ਅਤੇ ਪਹਿਲਾਂ ਜੇ ਸਾਡਾ I1 ਮਾਈਨਸ I2 ਦੀ ਵੈਲਿਊ ਜਿਹੜੀ ਸੀਗੀ ਉਹ 0 ਸੀਗੀ, ਉਸ ਵੇਲੇ ਸਾਡੀ ਜਿਹੜੀ ਕੋਇਲ ਸੀਗੀ ਇਹ ਆਪਰੇਟ ਨਹੀਂ ਕਰ ਰਹੀ ਸੀਗੀ। ਪਰ ਜਦੋਂ ਹੀ ਸਾਡੇ ਕੋਲ I2 ਦੀ ਵੈਲਿਊ ਹੈ ਜਿਹੜੀ ਉਹ ਵੱਧ ਜਾਏਗੀ I1 ਦੇ ਨਾਲੋਂ, ਤਾਂ ਸਾਡਾ ਇਸ ਡਾਇਰੈਕਸ਼ਨ ਦੇ ਇਸ ਕੋਇਲ ਦੇ ਵਿੱਚ ਜਿਹੜਾ ਕਰੰਟ ਹੈਗਾ, ਉਹ ਕੋਈ ਨਾ ਕੋਈ ਕਰੰਟ ਸਾਡਾ ਫਲੋ ਹੋਣ ਲੱਗ ਜਾਏਗਾ। ਪਹਿਲਾਂ ਦੋ ਕਰੰਟ ਸੀਗੇ, ਉੱਪਰ ਜਾਣ ਵਾਲਾ ਕਰੰਟ ਵੀ 5 ਐਂਪੀਅਰ ਸੀਗਾ, ਨੀਚੇ ਜਾਣ ਵਾਲਾ ਕਰੰਟ ਵੀ ਨੀਚੇ ਆਉਣ ਵਾਲਾ ਕਰੰਟ ਵੀ 5 ਐਂਪੀਅਰ ਸੀਗਾ, ਅਤੇ ਟੋਟਲ ਜਿਹੜੀ ਸਾਡਾ ਰਿਜ਼ਲਟੈਂਟ ਸੀ ਉਹ 0 ਐਂਪੀਅਰ ਸੀਗਾ, ਜਿਹਦੇ ਕਰਕੇ ਕੋਇਲ ਜਿਹੜੀ ਸੀ ਆਪਰੇਟਡ ਨਹੀਂ ਸੀਗੀ। ਜੇ ਦੋਨਾਂ ਦੇ ਵਿੱਚ ਇਸ ਫੇਜ਼ਰ ਡਿਫਰੈਂਸ ਜਿਹੜਾ ਤੁਹਾਡਾ ਇੱਥੇ ਜਿਹੜੀ ਸਾਡੇ ਕੁਆਂਟੀਟੀਜ਼ ਨਹੀਂ ਹੈ, ਮੰਨ ਲਓ ਕਰੰਟ ਹੀ ਹੈਗਾ ਆਪਣਾ, ਤਾਂ ਕਰੰਟ ਨੂੰ ਜਿਹਨੇ ਮਿਣਿਆ ਹੈਗਾ ਦੋਨੇ ਪਾਸੇ, ਜਿਹਨੇ ਸੇਮ ਕਰਕੇ ਦੱਸਿਆ ਹੈਗਾ ਸਾਨੂੰ, ਇਸ ਜਿਹੜਾ ਸੈਟਅਪ ਆ ਇਹਨੂੰ ਆਪਾਂ ਕਹਿੰਦੇ ਆਂਗੇ ਕਰੰਟ ਡਿਫਰੈਂਸ਼ੀਅਲ ਰਿਲੇ। ਕਰੰਟ ਨੂੰ ਬੈਲੈਂਸ ਡਿਫਰੈਂਸ਼ੀਅਲ ਰਿਲੇ। ਯਾਦ ਰੱਖਣ ਵਾਲੀ ਗੱਲ ਇਹ ਆ ਵੀ ਜਿਹੜੀ ਡਿਫਰੈਂਸ਼ੀਅਲ ਰਿਲੇ ਹੁੰਦੀ ਹੈ, ਇਹ ਪਰਟੀਕੂਲਰ ਇੱਕ ਸੈਕਸ਼ਨ ਨੂੰ ਪ੍ਰੋਟੈਕਟ ਕਰਦੀ ਹੈ, ਇੱਕ ਪਰਟੀਕੂਲਰ ਸੈਕਸ਼ਨ ਨੂੰ ਅਸੀਂ ਪ੍ਰੋਟੈਕਟ ਕਰਦੇ ਹਾਂ। ਜਿਵੇਂ ਕਿ ਆਪਾਂ ਇੱਥੇ ਇਸ ਕੇਸ ਦੇ ਵਿੱਚ ਇਸ ਪੂਰੇ ਏਰੀਏ ਨੂੰ ਪ੍ਰੋਟੈਕਟ ਕੀਤਾ ਹੈਗਾ, ਕਿ ਇਸ ਪੂਰੇ ਏਰੀਏ ਦੇ ਵਿੱਚ ਜੇ ਕਿਤੇ ਵੀ ਕੋਈ ਫਾਲਟ ਪਵੇਗਾ, ਤਾਂ ਉਸ ਕੇਸ ਦੇ ਵਿੱਚ ਸਾਨੂੰ ਜਿਹੜੀ ਡਿਫਰੈਂਸ਼ੀਅਲ ਰਿਲੇ ਹੈਗੀ, ਉਹਦੀ ਜਿਹੜੀ ਆ ਕੋਇਲ ਹੈਗੀ ਸਾਡੀ, ਇਹ ਕੋਇਲ ਆਪਰੇਟ ਹੋ ਜਾਏਗੀ ਅਤੇ ਸਾਨੂੰ ਦੱਸ ਦੇਵੇਗੀ। ਤਾਂ ਇਹਨੂੰ ਆਪਾਂ ਡਿਫਰੈਂਸ਼ੀਅਲ ਰਿਲੇ ਕਹਿੰਦੇ ਆਂਗੇ। ਤਾਂ ਡਿਫਰੈਂਸ਼ੀਅਲ ਰਿਲੇ ਕਲੀਅਰ ਹੋ ਗਈ ਜੀ ਗੱਲ। ਇਹ ਤਾਂ ਸੀਗੀ ਕਰੰਟ ਨਾਲ ਬੈਲੈਂਸ ਕੀਤੀ ਹੋਈ। ਕਈ ਵਾਰੀ ਸਾਡੇ ਕੋਲ ਸਪੋਜ਼ ਕਰੋ ਸਾਡੇ ਕੋਲ ਇੱਕ ਲਾਈਨ ਹੈਗੀ, ਆਹ ਅਲਟਰਨੇਟਰ ਹੈਗਾ ਸਾਡਾ, ਅਲਟਰਨੇਟਰ ਦੀ ਜਿਹੜੀ ਵਾਈਂਡਿੰਗ ਹੈਗੀ ਆ ਗਈ, ਸਪੋਜ਼ ਕਰੋ ਆਹ ਤੁਹਾਡੇ ਕੋਲ ਇੱਕ ਅਲਟਰਨੇਟਰ ਹੈਗਾ, ਉਹਦੀ ਇਹ ਵਾਈਂਡਿੰਗ ਹੈਗੀ, ਉਹਦੇ ਆਲੇ ਦੁਆਲੇ ਜਿਹੜੇ ਸਿਟੀ ਲਗਾਵਾਂਗੇ, ਇਸ ਸਿਟੀਆਂ ਨੂੰ ਇੱਥੇ ਅਸੀਂ ਕੋਈ ਨਾ ਕੋਈ ਕੋਇਲ ਹੈਗੀ, ਇਹਨੂੰ ਨਾ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਅਸੀਂ ਬਾਉਂਡ ਕਰ ਦਾਂਗੇ। ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਵੀ ਇੱਕ ਦੇ ਵਿੱਚ ਕਰੰਟ ਇੱਧਰ ਨੂੰ ਜਾਏਗਾ, ਇੱਕ ਦੇ ਵਿੱਚ ਜਿਹੜੀ EMF ਇੰਡਿਊਸਡ ਹੋਵੇਗੀ ਸਿਟੀ ਦੇ ਵਿੱਚ ਉਹ ਪੁੱਠੇ ਪਾਸੇ ਹੋਵੇਗੀ। ਠੀਕ ਹੈ ਜੀ। ਤਾਂ ਜਿਹੜਾ ਸਾਡੀ ਇੱਥੇ CC ਅਸੀਂ ਲਗਾਈ ਹੋਵੇਗੀ, ਇਹ ਇਸ ਤੋਂ ਬਾਅਦ ਸਾਡੀ ਇਹ ਇੱਦਾਂ ਹੁੰਦੀ ਹੋਈ ਇੱਦਾਂ ਜਾਵੇਗੀ ਜੀ, ਇਹ ਪੁੱਠੀ ਡਾਇਰੈਕਸ਼ਨ ਦੇ ਵਿੱਚ ਜਾਵੇਗੀ ਸਾਡੀ। EMF ਇੰਡਿਊਸ ਇੱਕ ਪਾਸੇ ਤਾਂ ਇੱਧਰ ਨੂੰ ਹੋਵੇਗੀ, ਇੱਕ ਪਾਸੇ ਜਿਹੜੀ ਸਾਡੀ ਹੈਗੀ ਉਹ ਇੱਧਰ ਨੂੰ, ਸਪੋਜ਼ ਕਰੋ ਇੱਧਰ ਨੂੰ ਹੋ ਰਹੀ ਹੈਗੀ, ਉੱਪਰ ਰਹਿਣ ਤੋਂ ਇੱਧਰਲੇ ਪਾਸੇ ਹੋ ਰਹੀ ਹੈ ਇਸ ਸਾਈਡ। ਤਾਂ ਇਸ ਵੇਲੇ ਕੀ ਹੋਏਗਾ, ਸਾਡੇ ਕੋਲ ਜਿਹੜਾ ਸਾਡਾ ਹੈਗਾ ਓਵਰ ਕਰੰਟ ਰਿਲੇ ਹੈਗੀ ਜਿਹੜੀ ਸਾਡੀ, ਜਿਸ ਵੇਲੇ ਵੀ ਸਾਡੀ E1 ਹੈ, ਹਰ ਵੇਲੇ ਜਿਹੜੀ ਇਹਦੀ ਡਾਇਰੈਕਸ਼ਨ ਆ ਗਈ E1 ਅਤੇ E2, ਇਹ ਦੋਨੇ ਆਪਸ ਦੇ ਵਿੱਚ ਦੋਨੇ EMF ਇੰਡਿਊਸ ਜਿਹੜੀਆਂ ਹੋਣਗੀਆਂ ਇੱਕ ਦੂਜੇ 'ਚੋਂ ਮਾਈਨਸ ਹੋਣਗੀਆਂ।
ਕਿਉਂਕਿ ਆਪੋਜ਼ਿਟ ਪੋਲੈਰਿਟੀ ਦੇ ਨਾਲ ਜੋੜੀਆਂ ਇਹਦੇ ਵਿੱਚ ਜੇ ਆਹ ਪੋਲੈਰਿਟੀ ਇੱਧਰਲੇ ਪਾਸੇ ਪੋਜ਼ਿਟਿਵ ਹੈ ਜਾਂ ਕਰੰਟ ਅੰਦਰ ਜਾ ਰਿਹਾ ਸੀਗਾ ਤਾਂ ਕਰੰਟ ਅੰਦਰ ਜਾਣ ਵੇਲੇ ਦੀ ਥਾਂ ਤੇ ਇੱਧਰਲੇ ਪਾਸੇ ਤੇ ਕਰੰਟ ਨਿਕਲਣ ਵੇਲੇ ਸਾਡੇ ਕੋਲੇ ਜਿਹੜੀ ਪੋਲੈਰਿਟੀ ਹੈਗੀ ਇਸ ਸਾਈਡ ਦੇ ਉੱਪਰ ਡਾਟ ਹੈਗਾ। ਤਾਂ ਦੋਨੇ ਜਿਹੜੀ ਵੋਲਟੇਜ ਨੇ ਇੱਕ ਦੂਜੇ ਨੂੰ ਮਾਰਨਗੀਆਂ। ਪਰ ਜੇ ਬਾਈ ਚਾਂਸ ਇੱਥੇ ਸਾਡੇ ਕੋਲ ਕੋਈ ਫਾਲਟ ਪੈ ਜਾਏਗਾ ਤਾਂ ਉਸ ਕੇਸ ਦੇ ਵਿੱਚ ਫਾਲਟ ਦੇ ਕਰਕੇ ਜਿਹੜੀ EMF ਇੰਡਿਊਸ ਇੱਕ ਪਾਸੇ ਜਿਹੜੀ ਹੋਣੀ ਆ ਉਹ ਘੱਟ ਜਾਏਗੀ, ਦੂਜੇ ਪਾਸੇ ਸਾਡੇ ਜਿੱਧਰ ਸ਼ਾਰਟ ਸਰਕਟ ਆ ਉੱਧਰਲੇ ਪਾਸੇ ਵੋਲਟੇਜ ਘੱਟ ਜਾਏਗੀ ਤੇ ਉਸ ਵੇਲੇ ਸਾਡੇ ਕੋਲ E1 E2 ਇੱਥੇ ਕੋਈ ਨਾ ਕੋਈ ਫੇਜ਼ਰ ਡਿਫਰੈਂਸ ਆ ਜਾਏਗਾ ਸਾਡਾ। ਉਹ ਫੇਜ਼ਰ ਡਿਫਰੈਂਸ ਕੀ ਕਰੇਗਾ, ਸਾਡੀ ਜਿਹੜੀ ਇਹ ਕੋਇਲ ਹੈਗੀ ਜਿਹੜੀ ਸਾਡੀ ਓਵਰ ਕਰੰਟ ਕੋਇਲ ਹੈਗੀ ਇਹਨੂੰ ਆਪਰੇਟ ਕਰਵਾ ਦੇਗਾ। ਤਾਂ ਬੇਸਿਕਲੀ ਸਾਡੇ ਕੋਲ ਜਿਹੜੇ ਜਿੰਨੇ ਵੀ ਡਿਫਰੈਂਸ਼ੀਅਲ ਲੇਅਰ ਨੇਗੀਆਂ ਕਰਦੀਆਂ ਕੀ ਨੇਗੀਆਂ, ਇਹ ਸਿਰਫ ਔਰ ਸਿਰਫ ਇੱਕ ਪਰਟੀਕੂਲਰ ਸੈਕਸ਼ਨ ਸਾਡਾ ਜਿਹੜਾ ਸੈਕਸ਼ਨ ਹੈਗਾ ਇਸ ਨੂੰ ਪ੍ਰੋਟੈਕਟ ਕਰਦੀਆਂ ਵੀ ਇਹ ਚੈੱਕ ਕਰਦੇ ਨੇ ਕਿ ਇਨਪੁਟ ਆਉਣ ਵਾਲਾ ਕਰੰਟ ਤੇ ਆਊਟਪੁੱਟ ਜਾਣ ਵਾਲਾ ਕਰੰਟ ਸਹੀ ਹੈਗਾ। ਜੇ ਇਨ ਬਿਟਵੀਨ ਇੱਥੇ ਕੋਈ ਕਰੰਟ ਰਹਿ ਗਿਆ ਅੰਦਰ ਰਹਿ ਗਿਆ ਨਾ ਮਤਲਬ ਉੱਥੇ ਕੋਈ ਨਾ ਕੋਈ ਪਰਟੀਕੂਲਰਲੀ ਕੋਈ ਨਾ ਕੋਈ ਪੱਕੀ ਗੱਲ ਆ ਫਾਲਟ ਪਿਆ ਹੋਊਗਾ ਤਾਂ ਹੀ ਉਹ ਉੱਥੇ ਕਰੰਟ ਰਿਹਾਗਾ। ਕੋਈ ਨਾ ਕੋਈ ਅਰਥਿੰਗ ਹੋਈ ਹੋਏਗੀ, ਕੋਈ ਸ਼ਾਰਟ ਸਰਕਟ ਹੋਇਆ ਹੋਵੇਗਾ ਜਾਂ ਕੁਝ ਵੀ ਹੋਇਆ ਹੋਵੇਗਾ। ਤਾਂ ਇਹ ਸਾਡੀਆਂ ਰਿਲੇ ਸੀਗੀਆਂ ਜੀ। ਹੁਣ ਅਸੀਂ ਆਪਾਂ ਪ੍ਰੋਟੈਕਸ਼ਨ ਸਕੀਮਸ ਪੜ੍ਹਾਂਗੇ ਵੱਖੋ ਵੱਖਰੇ ਜਿਹੜੇ ਸਾਡੇ ਜਿਵੇਂ ਆਪਣੇ ਕੋਲ ਤਿੰਨ ਮੇਨਲੀ ਸਾਡੇ ਕੋਲੇ ਟਰਾਂਸਮਿਸ਼ਨ ਦੇ ਵੀ ਸਾਡੇ ਕੋਲੇ 4 ਤਰ੍ਹਾਂ ਦੇ ਕੰਪੋਨੈਂਟ ਆ। ਪਹਿਲਾ ਜਿਹੜਾ ਕੰਪੋਨੈਂਟ ਆ ਜਿਹੜਾ ਸਭ ਤੋਂ ਮੇਨ ਕੰਪੋਨੈਂਟ ਆ ਜ਼ਰੂਰੀ ਕੰਪੋਨੈਂਟ ਆ ਸਾਡਾ ਉਹ ਹੈਗਾ ਜਨਰੇਟਰ, ਇੱਕ ਇਹਦੀ ਪ੍ਰੋਟੈਕਸ਼ਨ ਪੜ੍ਹਨੀ ਆ। ਦੂਜਾ ਜਿਹੜਾ ਹੈਗਾ ਸਾਡਾ ਟਰਾਂਸਫਾਰਮਰ, ਤੀਜੀ ਜਿਹੜੀ ਸਾਡੀ ਹੈਗੀ ਆ ਉਹ ਹੈਗੀ ਆ ਬੱਸ ਬਾਰ ਤੇ ਚੌਥਾ ਲਾਸਟ ਸਾਡੀ ਹੈਗੀ ਆ ਟਰਾਂਸਮਿਸ਼ਨ ਲਾਈਨ। ਇਹ 4 ਸਾਡੇ ਮੇਨ ਕੰਪੋਨੈਂਟ ਨੇਗੇ ਜਿਨ੍ਹਾਂ ਕੰਪੋਨੈਂਟਸ ਦੇ ਅੰਦਰ ਅਸੀਂ ਫਾਲਟ ਬਾਰੇ ਪੜ੍ਹਨਾ ਗਾ ਵੀ ਕਿੱਦਾਂ ਅਸੀਂ ਇਹਨਾਂ ਨੂੰ ਪ੍ਰੋਟੈਕਟ ਕਰਨਾ, ਕਿਹੜੀਆਂ ਸਕੀਮਸ ਅਸੀਂ ਯੂਜ਼ ਕਰਦੇ ਆਂਗੇ। ਓਕੇ ਜੀ। ਲਓ ਬੱਚੇ ਨੋਰਮਲੀ ਉਹ ਫਾਲਟ ਨੇਗੇ ਜਿਹੜੇ ਸਾਡੇ ਇੱਕ ਜਨਰੇਟਰ ਦੇ ਵਿੱਚ ਆ ਸਕਦੇ ਨੇਗੇ। ਇਹ ਫਾਲਟ ਨੇਗੇ ਜਿਹੜੇ ਹੇਠਾਂ ਲਿਖੇ ਹੋਏ ਨੇ, ਇਹਨਾਂ ਦੇ ਬਾਰੇ ਆਪਾਂ ਡਿਸਕਸ਼ਨ ਕਰਦੇ ਆਂਗੇ। ਸਭ ਤੋਂ ਪਹਿਲਾ ਜਿਹੜਾ ਫਾਲਟ ਹੈਗਾ ਉਹ ਹੈਗਾ ਓਵਰ ਕਰੰਟ ਦਾ। ਜਦੋਂ ਆਪਾਂ ਸਿੰਕਰੋਨਸ ਮਸ਼ੀਨ ਪੜ੍ਹ ਰਹੇ ਸੀਗੇ ਤਾਂ ਉਸ ਵੇਲੇ ਆਪਾਂ ਕਿਉਂਕਿ ਜਨਰੇਟਰ ਦਾ ਮਤਲਬ ਕੀ ਹੈਗਾ ਸਿੰਕਰੋਨਸ ਜਨਰੇਟਰ, ਕਿਉਂਕਿ ਜਿਹੜੀ ਸਾਡੀ ਸਪਲਾਈ ਅਸੀਂ ਯੂਜ਼ ਕਰ ਰਹੇ ਹਾਂਗੇ ਉਹ 3 ਫੇਸ AC ਸਪਲਾਈ ਹੈ ਅਤੇ AC ਸਪਲਾਈ ਨੂੰ ਪ੍ਰੋਡਿਊਸ ਕਰਨ ਵਾਲਾ ਕੌਣ ਹੁੰਦਾ ਹੈਗਾ, ਸਿੰਕਰੋਨਸ ਅਲਟਰਨੇਟਰ ਕਹਿ ਲਓ ਜਾਂ ਸਿੰਕਰੋਨਸ ਜਨਰੇਟਰ ਕਹਿ ਲਓ। ਤਾਂ ਸਭ ਤੋਂ ਪਹਿਲੀ ਪ੍ਰੋਟੈਕਸ਼ਨ ਜਿਹੜੀ ਓਵਰ ਕਰੰਟ ਦੇ ਬਾਰੇ ਜੇ ਆਪਾਂ ਗੱਲ ਕਰੀਏ, ਜ਼ਿਆਦਾਤਰ ਆਪਾਂ ਜਦੋਂ ਟਰਾਂਸਮਿਸ਼ਨ ਲਾਈਨ ਜਾਂ ਆਪਾਂ ਲੋਡ ਦੇ ਵਿੱਚ ਗੱਲ ਕਰਦੇ ਹਾਂ ਤਾਂ ਓਵਰ ਕਰੰਟ ਜਿਹੜਾ ਹੁੰਦਾ ਸਭ ਤੋਂ ਖਤਰਨਾਕ ਕੰਪੋਨੈਂਟ ਹੁੰਦਾ ਹੈਗਾ। ਪਰ ਸ਼ਾਇਦ ਤੁਹਾਨੂੰ ਇਹ ਯਾਦ ਹੋਊਗਾ ਵੀ ਜਦੋਂ ਆਪਾਂ ਸਿੰਕਰੋਨਸ ਮਸ਼ੀਨ ਦੀ ਗੱਲ ਕਰਦੇ ਸੀਗੇ, ਸਿੰਕਰੋਨਸ ਮਸ਼ੀਨ ਦੇ ਵਿੱਚ ਜਿਹੜੀ ਸਾਡੀ ਇਹਦੀ ਸਿੰਕਰੋਨਸ ਰਿਐਕਟੈਂਸ ਸੀਗੀ ਜਿਹੜੀ ਇਹ ਅਸੀਂ ਬਹੁਤ ਜ਼ਿਆਦਾ ਰੱਖੀ ਹੁੰਦੀ ਸੀ, 에ਅਰ ਗੈਪ ਵਧਾਇਆ ਹੁੰਦਾ ਸੀਗਾ। ਇਹ ਇੰਨੀ ਜ਼ਿਆਦਾ ਹੁੰਦੀ ਸੀ ਵੀ ਸ਼ਾਰਟ ਸਰਕਟ ਕਰੰਟ ਨੂੰ ਵੀ ਝੱਲ ਸਕਦੀ ਹੁੰਦੀ ਹੈ। ਸ਼ਾਰਟ ਸਰਕਟ ਕਰੰਟ ਵੇਲੇ ਵੀ ਸਾਡੇ ਕੋਲ ਜਿਹੜਾ ਕਰੰਟ ਹੈਗਾ ਉਹਨੂੰ ਲਿਮਿਟ ਕਰਦੀ ਹੁੰਦੀ ਜਿਹੜੀ ਦੀ ਰਿਐਕਟੈਂਸ ਹੁੰਦੀ ਹੈਗੀ। ਤਾਂ ਜੇ ਬਾਈ ਚਾਂਸ ਓਵਰ ਕਰੰਟ ਹੋ ਗਿਆ, ਓਵਰ ਕਰੰਟ ਇੱਕ ਬਹੁਤ ਛੋਟਾ ਜਿਹਾ ਇਸ਼ੂ ਹੈਗਾ ਸਾਡੇ ਸਿੰਕਰੋਨਸ ਜਨਰੇਟਰ ਵਾਸਤੇ। ਤਾਂ ਸਿੰਕਰੋਨਸ ਰਿਐਕਟੈਂਸ ਜਿਹੜੀ ਹੁੰਦੀ ਹੈਗੀ ਸਾਡੇ ਇਸ ਕਰੰਟ ਨੂੰ ਲਿਮਿਟ ਕਰਦੀ ਹੈਗੀ ਡਿਊਰਿੰਗ ਦਾ ਓਵਰ ਕਰੰਟ ਔਰ ਡਿਊਰਿੰਗ ਦਾ ਸ਼ਾਰਟ ਸਰਕਟ ਕੰਡੀਸ਼ਨਸ ਆਫ ਜਨਰੇਟਰ। ਅਗਲਾ ਜਿਹੜਾ ਫਾਲਟ ਆ ਉਹ ਹੋ ਸਕਦਾ ਹੈਗਾ ਵੀ ਓਵਰ ਸਪੀਡ ਹੋ ਜਾਵੇ। ਜਦੋਂ ਸਾਡਾ ਜਿਹੜਾ ਜਨਰੇਟਰ ਹੈਗਾ ਉਹ ਫੁੱਲ ਲੋਡ ਦੇ ਉੱਪਰ ਚੱਲ ਰਿਹਾ ਹੁੰਦਾ ਗਾ, ਸਡਨਲੀ ਜੇ ਲੋਡ ਨੂੰ ਅਸੀਂ ਥਰੋਨ ਆਫ ਕਰ ਦਈਏ, ਲੋਡ ਨੂੰ ਅਸੀਂ ਆਫ ਕਰ ਦਈਏ, ਉਸ ਕੇਸ ਦੇ ਵਿੱਚ ਸਾਡੀ ਜਿਹੜੀ ਸਪੀਡ ਹੈਗੀ ਉਹ ਵੱਧ ਸਕਦੀ ਹੈਗੀ, ਸਿੰਕਰੋਨਸ ਸਪੀਡ ਜਿਹੜੀ ਹੁੰਦੀ ਹੈ। ਤਾਂ ਉਸ ਕੇਸ ਦੇ ਵਿੱਚ ਜਿਹੜੀ ਓਵਰ ਸਪੀਡ ਤੋਂ ਬਚਾਉਣ ਵਾਸਤੇ, ਕਿਉਂਕਿ ਸਪੀਡ ਨੂੰ ਦਾ ਸੈਂਸ ਕੌਣ, ਇਹਦੇ ਵਾਸਤੇ ਇਲੈਕਟ੍ਰੀਕਲ ਕੰਪੋਨੈਂਟ ਲਗਾਉਣ ਦੀ ਲੋੜ ਨਹੀਂ, ਬਹੁਤ ਤਰੀਕੇ ਦੇ ਸਾਡੇ ਕੋਲ ਸੈਂਟਰੀਫਿਊਗਲ ਸਵਿਚਿਸ ਜਾਂ ਫਿਰ ਸੈਂਸਰਸ ਹੁੰਦੇ ਨੇਗੇ ਜਿਹੜੇ ਸਾਨੂੰ ਦੱਸ ਦਿੰਦੇ ਨੇਗੇ। ਤਾਂ ਸ਼ਾਫਟ ਦੇ ਉੱਪਰ ਇੱਕ ਮਕੈਨੀਕਲ ਜਿਹੜੇ ਸਾਡੇ ਸੈਂਸਰਸ ਲਗਾ ਕੇ ਹੀ ਅਸੀਂ ਓਵਰ ਸਪੀਡ ਨੂੰ ਤਾਂ ਕੰਟਰੋਲ ਕਰ ਸਕਦੇ ਹਾਂਗੇ, ਜਿਹੜੇ ਸਾਨੂੰ ਦੱਸ ਦੇਣਗੇ। ਅਗਰ ਹੈਗਾ ਜੀ ਪ੍ਰਾਈਮ ਮੂਵਰ ਦਾ ਇਸ਼ੂ, ਸਪੋਜ਼ ਕਰੋ ਸਾਡਾ ਇੱਕ ਜਨਰੇਟਰ ਹੈਗਾ, ਜਨਰੇਟਰ ਨੂੰ ਇੱਕ ਪ੍ਰਾਈਮ ਮੂਵਰ ਘੁਮਾ ਰਿਹਾ ਸੀਗਾ ਅਤੇ ਪ੍ਰਾਈਮ ਮੂਵਰ ਦੇ ਵਿੱਚ ਮੰਨ ਲਓ ਸਪੋਜ਼ ਕਰੋ ਕੋਈ ਪ੍ਰੋਬਲਮ ਆ ਗਈ। ਤਾਂ ਜਿਹੜੇ ਜਨਰੇਟਰਸ ਹੁੰਦੇ ਹੈਗੇ ਇਹ ਇਕੱਲੇ ਤਾਂ ਜੁੜੇ ਨਹੀਂ ਹੁੰਦੇ ਹੈਗੇ, ਇੱਕ ਤੋਂ ਵੱਧ ਜਨਰੇਟਰ ਜਿਹੜੇ ਹੁੰਦੇ ਹੈਗੇ ਸਾਡੇ ਇੱਕੋ ਬੱਸ ਬਾਰ ਦੇ ਉੱਪਰ ਜੁੜੇ ਹੁੰਦੇ ਨੇਗੇ। ਜੇ ਇੱਕ ਦੇ ਉੱਪਰ ਕਦੇ ਵੀ ਪ੍ਰਾਈਮ ਮੂਵਰ ਇੱਕ ਜਨਰੇਟਰ ਦਾ ਫੇਲ ਹੋ ਜਾਂਦਾ, ਉਸ ਵੇਲੇ ਕੋਈ ਬਹੁਤੀ ਵੱਡੀ ਇੱਥੇ ਇਸ਼ੂ ਨਹੀਂ ਆਉਂਦਾ ਹੈਗਾ। ਸਿਰਫ ਕੀ ਆ ਵੀ ਜਿਹੜਾ ਜਨਰੇਟਰ ਪਹਿਲਾਂ ਐਨਰਜੀ ਦੇ ਰਿਹਾ ਸੀਗਾ ਉਹਦਾ ਜਦੋਂ ਪ੍ਰਾਈਮ ਮੂਵਰ ਫੇਲ ਹੋ ਜਾਏਗਾ, ਪਹਿਲਾਂ ਕੀ ਹੋ ਰਿਹਾ ਸੀਗਾ ਜਦੋਂ ਪ੍ਰਾਈਮ ਮੂਵਰ ਸਹੀ ਸੀਗਾ ਉਸ ਵੇਲੇ ਜਿਹੜੀ ਸਾਡੀ ਮਕੈਨੀਕਲ ਐਨਰਜੀ ਸੀਗੀ ਉਹ ਇਲੈਕਟ੍ਰੀਕਲ ਦੇ ਵਿੱਚ ਕਨਵਰਟ ਹੋ ਰਹੀ ਸੀਗੀ। ਪਰ ਜਿਸ ਵੇਲੇ ਸਾਡੇ ਕੋਲ ਇਹ, ਕਿਉਂਕਿ ਸਾਨੂੰ ਪਤਾ ਵੀ ਜਿਹੜੀ ਇਲੈਕਟ੍ਰੀਕਲ ਮਸ਼ੀਨ ਜਿਹੜੀ ਸਾਡੀ ਸਿੰਕਰੋਨਸ ਮਸ਼ੀਨ ਹੁੰਦੀ ਹੈਗੀ, ਸੇਮ ਮਸ਼ੀਨ ਹੀ ਸਾਡਾ ਜਿਹੜੀ ਸਿੰਕਰੋਨਸ ਜਿਹੜਾ ਜਨਰੇਟਰ ਹੁੰਦਾ ਹੈਗਾ, ਸਿੰਕਰੋਨਸ ਜਨਰੇਟਰ ਹੀ
ਸਿੰਕਰੋਨਸ ਮੋਟਰ ਬਣ ਜਾਂਦਾ ਹੁੰਦਾ ਗਾ, ਜਿਸ ਵੇਲੇ ਸਾਡੇ ਕੋਲ એનર્ਜੀ ਆ ਜਿਹੜੀ ਉਹ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਫਲੋ ਕਰਨ ਲੱਗ ਜੇ। ਜਦੋਂ ਤੱਕ ਮਕੈਨੀਕਲ એનર્ਜੀ ਇੱਥੇ ਪ੍ਰੋਵਾਈਡ ਹੋ ਰਹੀ ਸੀ ਉਸ ਵੇਲੇ ਤੱਕ ਮਕੈਨੀਕਲ એનર્ਜੀ ਇਜ਼ ਕਨਵਰਟਡ ਇਨਟੂ ਇਲੈਕਟ੍ਰੀਕਲ એનર્ਜੀ ਐਂਡ ਫੈਡ ਟੂ ਦਾ ਬੱਸ ਬਾਰ। ਬਟ ਜਦੋਂ ਕਦੇ ਵੀ ਕੋਈ ਫਾਲਟ ਪੈ ਜਾਏਗਾ ਤਾਂ ਕੀ ਹੋਏਗਾ, ਬੱਸ ਬਾਰ ਦੇ ਵਿੱਚੋਂ ਜਿਹੜੀ ਇਲੈਕਟ੍ਰੀਕਲ એનર્ਜੀ ਹੋਏਗੀ ਦੈਟ ਵਿਲ ਸਪਲਾਈ ਟੂ ਦਾ ਪ੍ਰਾਈਮ ਮੂਵਰ। ਤਾਂ ਜਿਹੜੀ ਸਾਡੀ ਇਹ ਜਿਹੜਾ ਸਾਡਾ ਇਹ ਜਨਰੇਟਰ ਹੈਗਾ ਉਹ ਐਜ਼ ਏ ਮੋਟਰ ਘੁੰਮਣ ਲੱਗ ਜਾਏਗਾ, ਐਜ਼ ਏ ਮੋਟਰ ਵਰਕ ਕਰਨ ਲੱਗ ਜਾਏਗਾ। ਇਹਦੇ ਵਾਸਤੇ ਵੀ ਬਹੁਤ ਜ਼ਿਆਦਾ ਸਾਨੂੰ ਕੋਈ ਪ੍ਰੋਟੈਕਸ਼ਨ ਦੇਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਇਹ ਕੋਈ ਖਤਰੇ ਵਾਲੀ ਘੰਟੀ ਨਹੀਂ ਹੁੰਦੀ ਹੈਗੀ। ਜੇ ਸਾਡਾ ਜਨਰੇਟਰ ਮੋਟਰ ਨੂੰ ਕੰਮ ਕਰਨ ਵੀ ਲੱਗ ਜੇ ਤਾਂ ਠੀਕ ਹੈ, ਸਾਡਾ ਪਾਵਰ ਜਨਰੇਸ਼ਨ ਤਾਂ ਘੱਟ ਜੇਗੀ, ਪਰ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੁੰਦੀ ਹੈਗੀ। ਮੇਨ ਜਿਹੜੀ ਪ੍ਰੋਬਲਮ ਸ਼ੁਰੂ ਹੁੰਦੀ ਹੈ ਉਹ ਹੁੰਦੀ ਹੈ ਅਨਬੈਲੈਂਸਿੰਗ ਤੋਂ। ਅਨਬੈਲੈਂਸਿੰਗ ਤੋਂ ਕਿਉਂ ਡਰਦੇ ਆਂਗੇ ਆਪਾਂ? ਸ਼ਾਰਟ ਸਰਕਟ ਤੋਂ ਨਹੀਂ ਡਰਦੇ, ਬਟ ਅਨਬੈਲੈਂਸਿੰਗ ਤੋਂ ਡਰਦੇ ਹਾਂ। ਉਸਦਾ ਮੇਨ ਕਾਰਨ ਇਹ ਹੁੰਦਾ ਕਿ ਜਦੋਂ ਸਾਡੇ ਕੋਲ ਇੱਕ 3 ਫੇਸ ਅਲਟਰਨੇਟਰ ਦੇ ਅੰਦਰ ਜ਼ਿਆਦਾਤਰ ਜਿਹੜੀ ਸਾਡੀ ਸਪਲਾਈ ਹੁੰਦੀ ਹੈਗੀ 3 ਫੇਸ ਦੇ ਅੰਦਰ, ਜਦੋਂ ਇਹ 3 ਵਾਈਂਡਿੰਗ ਅਸੀਂ ਪਾਈਆਂ ਹੋਈਆਂ ਨੇ, ਇੱਕ ਦੇ ਵਿੱਚ ਕਰੰਟ ਜ਼ਿਆਦਾ, ਇੱਕ ਦੇ ਵਿੱਚ ਕਰੰਟ ਘੱਟ ਆ, ਦੂਜੇ 'ਚ ਕਰੰਟ ਹੋਰ ਵੱਖਰਾ ਹੈਗਾ। ਜੇ ਤਿੰਨਾਂ ਦੇ ਵਿੱਚ ਕਰੰਟ ਵੱਖੋ ਵੱਖਰੇ ਨੇਗੇ ਤਾਂ ਵੱਖੋ ਵੱਖਰੇ ਕਰੰਟ ਹੋਣ ਕਰਕੇ ਇਹਨਾਂ ਦੇ ਵਿੱਚ ਜਿਹੜੇ ਇਲੈਕਟ੍ਰੋਮੈਗਨੈਟਿਕ ਫੋਰਸਿਸ ਨੇਗੀਆਂ ਸਾਡੀਆਂ, ਇਲੈਕਟ੍ਰੋਮੈਗਨੈਟਿਕ ਫੋਰਸਿਸ ਨੇਗੀਆਂ ਉਹ ਵੀ ਸਾਡੀਆਂ ਅਨਬੈਲੈਂਸ ਹੋ ਜਾਣਗੀਆਂ, ਜਿਹਦੇ ਕਰਕੇ ਜਿਹੜਾ ਸਾਡਾ ਰੋਟਰ ਘੁੰਮ ਰਿਹਾ ਹੈਗਾ ਸਾਡਾ, ਜਿਹੜੇ ਇਹਨਾਂ ਦੇ ਉੱਪਰ ਪੋਲ ਬਣੇ ਹੁੰਦੇ ਨੇਗੇ, ਉਹ ਜਦੋਂ ਤਾਂ ਆਹ ਪੋਲ ਦੇ ਕੋਲੇ ਆਊਗੀ ਇਸ ਵਾਈਂਡਿੰਗ ਦੇ ਕੋਲੇ ਜਿਹਦੇ ਵਿੱਚ ਮੈਗਨੈਟਿਕ ਫੋਰਸ ਜ਼ਿਆਦਾ ਹੈਗੀ, ਤਾਂ ਇੱਥੇ ਇੱਕ ਜਰਕ ਵੱਜਿਆ ਕਰੂ। ਜਦੋਂ ਇੱਥੇ ਜਰਕ ਵੱਜਿਆ ਕਰੂਗਾ, ਤਾਂ ਜਦੋਂ ਇਹ ਤੋਂ ਦੂਰ ਜਾਊਗੀ ਇੱਥੇ ਜਾਊਗੀ, ਇੱਥੇ ਜਿਹੜੀ ਸਪੀਡ ਹੋਊਗੀ ਉੱਥੇ ਕੁਛ ਹੋਰ ਹੋਏਗੀ, ਤਾਂ ਸਾਡੇ ਰੋਟਰ ਦੇ ਵਿੱਚ ਔਸੀਲੇਸ਼ਨਸ ਪੈਦਾ ਹੋ ਜਾਣਗੀਆਂ। ਇਹ ਸਾਡੇ ਲਈ ਖਤਰਨਾਕ ਗੱਲ ਹੈਗੀ, ਇਹ ਸਾਡੇ ਲਈ ਫੇਵਰੇਬਲ ਕੰਡੀਸ਼ਨ ਨਹੀਂ ਹੈ। ਜ਼ਿਆਦਾਤਰ ਜਿਹੜੀ ਅਨਬੈਲੈਂਸਿੰਗ ਹੁੰਦੀ ਹੈ ਕਿ ਦੇਖੋ ਜ਼ਿਆਦਾ ਜਿਹੜੇ ਸਾਡੇ ਜਨਰੇਟਰ ਨੇਗੇ ਉਹ ਕੀ ਨੇਗੇ ਜੀ, ਸਟਾਰ ਕਨੈਕਸ਼ਨ ਨੇਗੇ। ਜਿੰਨੇ ਵੀ ਸਾਡੇ ਜਨਰੇਟਰ ਨੇਗੇ ਉਹ ਸਟਾਰ ਕਨੈਕਸ਼ਨ ਹੁੰਦੇ, ਇਹ ਗੱਲ ਤਾਂ ਪੱਕੀ ਹੈ, ਕਿਉਂਕਿ ਜਿਹੜਾ ਰੋਟਰ ਜਿਹੜਾ ਸਾਡਾ ਨਿਊਟਰਲ ਹੁੰਦਾ ਗਾ ਇਹ ਪ੍ਰੋਟੈਕਸ਼ਨ ਵਾਸਤੇ ਯੂਜ਼ ਕੀਤਾ ਹੁੰਦਾ ਗਾ। ਤਾਂ ਕੀਤਾ ਕੀ ਜਾਂਦਾ, ਜਿਹੜੀ ਪਹਿਲੀ ਹੁੰਦੀ ਹੈਗੀ ਉਹ ਹੈਗੀ ਸਾਡੀ ਪ੍ਰੋਟੈਕਸ਼ਨ, ਜਿਹਨੂੰ ਅਸੀਂ ਨਾਂ ਦੇ ਦਿੰਦੇ ਹਾਂ ਲੀਕੇਜ ਪ੍ਰੋਟੈਕਸ਼ਨ ਸਕੀਮ ਕਹਿੰਦੇ ਹਾਂ ਇਹਨੂੰ ਆਪਾਂ। ਲੀਕੇਜ ਇਹ ਅਨਬੈਲੈਂਸਿੰਗ ਦੌਰਾਨ ਕਰਦੇ ਹਾਂ ਆਪਾਂ, ਲੀਕੇਜ ਪ੍ਰੋਟੈਕਸ਼ਨ ਸਕੀਮ। ਤਾਂ ਜਿਹੜਾ ਸਾਡਾ ਅਲਟਰਨੇਟਰ ਹੈਗਾ, ਆਹ ਦੇਖੋ ਸਪੋਜ਼ ਕਰੋ ਸਾਡੇ ਕੋਲ ਇੱਕ 3 ਫੇਸ ਅਲਟਰਨੇਟਰ ਹੈ ਜਿਹੜਾ ਕਿ ਸਟਾਰ ਕਨੈਕਸ਼ਨ ਦੇ ਵਿੱਚ ਜੁੜਿਆ ਹੋਇਆ ਹੈਗਾ। ਹੁਣ ਸਾਨੂੰ ਪਤਾ ਵੀ ਜਦੋਂ ਵੀ ਕਦੇ ਵੀ ਅਨਬੈਲੈਂਸਿੰਗ ਹੋਏਗੀ, ਜਦੋਂ ਸਾਡਾ ਸਿਸਟਮ ਬੈਲੈਂਸ ਹੁੰਦਾ ਗਾ ਤਾਂ ਨਿਊਟਰਲ ਦੇ ਵਿੱਚ ਜਿਹੜਾ ਕਰੰਟ ਹੁੰਦਾ ਗਾ ਉਹ ਕਿੰਨਾ ਹੁੰਦਾ ਗਾ, 0 ਹੁੰਦਾ ਗਾ। ਜੇ ਕਿਸੇ ਵੀ ਕਾਰਨ ਕਰਕੇ ਜਦੋਂ ਵੀ ਸਾਡੇ ਕੋਲ ਅਨਬੈਲੈਂਸਿੰਗ ਹੋਏਗੀ ਕਿਸੇ ਵੀ ਫੇਸ ਦੇ ਵਿੱਚ, ਲੋਡ ਵਧਿਆ ਘਟੇਗਾ, ਤਾਂ ਪਹਿਲਾ ਕੰਮ ਕੀ ਹੋਏਗਾ, ਸਾਡੇ ਅਰਥ ਦੇ ਅੰਦਰ, ਨਿਊਟਰਲ ਦੇ ਅੰਦਰ, ਇਸ ਵਾਇਰ ਦੇ ਅੰਦਰ ਕੋਈ ਨਾ ਕੋਈ ਕਰੰਟ ਫਲੋ ਹੋਣਾ ਸ਼ੁਰੂ ਹੋ ਜਾਏਗਾ। ਅਸੀਂ ਕੀ ਕਰਦੇ ਹਾਂ, ਇੱਕ ਪ੍ਰੀ ਡਿਟਰਮਿਨਡ ਵੈਲਿਊ ਇੱਥੇ ਡਿਫਾਈਨ ਕਰ ਲੈਂਦੇ ਹਾਂ ਵੀ ਉਸ ਵੈਲਿਊ ਦੇ ਉੱਪਰ ਸਾਡੇ ਕੋਲ ਰਿਲੇ ਕੋਈ ਵੀ ਰਿਲੇ ਓਪਰੇਟ ਨਾ ਹੋਵੇ, ਕਿ ਥੋੜ੍ਹੇ ਬਹੁਤੇ ਕਰੰਟ ਦੇ ਉੱਪਰ ਕੋਈ ਰਿਲੇ ਓਪਰੇਟ ਨਾ ਹੋਵੇ। ਪਰ ਜੇ ਉਹ ਕਰੰਟ ਇੱਕ ਹੱਦ ਤੋਂ ਵੱਧ ਜਾਂਦਾ ਗਾ, ਇੱਕ ਵੈਲਿਊ ਤੋਂ ਵੱਧ ਜਾਂਦਾ ਗਾ, ਤਾਂ ਸਾਡੇ ਕੋਲ ਇੱਥੇ ਅਸੀਂ ਟ੍ਰਿਪ ਕੋਇਲ ਲਗਾਈ ਹੁੰਦੀ ਹੈਗੀ, ਉਹ ਟ੍ਰਿਪ ਕੋਇਲ ਸਾਨੂੰ ਸਿਗਨਲ ਭੇਜ ਦਿੰਦੀ ਹੈਗੀ। ਇਹਨੂੰ ਆਪਾਂ ਕਹਿੰਦੇ ਹਾਂ ਲੀਕੇਜ ਪ੍ਰੋਟੈਕਸ਼ਨ ਸਕੀਮ। ਕਿਉਂਕਿ ਦੇਖੋ ਅਰਥ ਦੇ ਵਿੱਚ ਅਨਬੈਲੈਂਸਿੰਗ ਜਦੋਂ ਵੀ ਅਨਬੈਲੈਂਸਿੰਗ ਹੋਏਗੀ 3 ਫੇਸ ਦੇ ਵਿੱਚ, ਤਾਂ ਉਦੋਂ ਹਮੇਸ਼ਾ ਨਿਊਟਰਲ ਦੇ ਵਿੱਚ ਕਰੰਟ ਦਾ ਫਲੋ ਹੋਵੇਗਾ ਹੀ ਹੋਵੇਗਾ, IN ਫਲੋ ਹੋਵੇਗਾ ਹੀ ਹੋਵੇਗਾ। ਅਤੇ ਨਿਊਟਰਲ ਕਰੰਟ ਦਾ ਫਲੋ ਹੋਣਾ ਇਸ ਗੱਲ ਦਾ ਇੰਡੀਕੇਸ਼ਨ ਹੁੰਦਾ ਕਿ ਉੱਥੇ ਕੋਈ ਨਾ ਕੋਈ ਅਨਬੈਲੈਂਸਿੰਗ ਹੋਈ ਹੈਗੀ। ਅਤੇ ਜੇ ਤਾਂ ਅਨਬੈਲੈਂਸਿੰਗ ਥੋੜ੍ਹੀ ਬਹੁਤੀ ਆ ਫਿਰ ਤਾਂ ਰਾਜੇ ਕੋਇਲ ਨੇ ਇਹਨੇ ਖਿੱਚਿਆ ਨਹੀਂ ਜਾਣਾ ਹੈਗਾ। ਜੇ ਅਨਬੈਲੈਂਸਿੰਗ ਜ਼ਿਆਦਾ ਹੋ ਜਾਏਗੀ ਤਾਂ ਕੋਇਲ ਖਿੱਚੀ ਜਾਏਗੀ ਅਤੇ ਸਾਡੇ ਟ੍ਰਿਪ ਕੋਇਲ ਸਾਡੀ ਟ੍ਰਿਪ ਕਰਵਾ ਦੇਗੀ ਸਰਕਟ ਨੂੰ। ਤੈਨੂੰ ਆਪਾਂ ਕਹਿੰਦੇ ਆਂਗੇ ਲੀਕੇਜ, ਵੀ ਅਰਥ ਲੀਕੇਜ ਹੋ ਰਹੀ ਹੈਗੀ, ਲੀਕੇਜ ਪ੍ਰੋਟੈਕਸ਼ਨ ਸਕੀਮ। ਅਗਲੀ ਅਨਬੈਲੈਂਸ ਪ੍ਰੋਟੈਕਸ਼ਨ ਸਕੀਮ ਦੇ ਵਿੱਚ ਅਸੀਂ ਕੀ ਪੜ੍ਹਦੇ ਆਂਗੇ, ਇਹ ਚਾਹੇ ਤਾਂ ਇਹ ਕਹਿ ਲਓ ਵੀ ਆਪਣੇ ਕੋਲ ਅਨਬੈਲੈਂਸਿੰਗ ਹੋਈ ਆ ਤਾਂ ਵੀ ਇਹੀ ਆਪਾਂ ਯੂਜ਼ ਕਰ ਸਕਦੇ ਹਾਂ, ਅਨਬੈਲੈਂਸਿੰਗ ਕਿਸੇ ਵੀ ਕਾਰਨ ਕਰਕੇ, ਲੋਡ ਵੱਧ ਘੱਟ ਹੋਣ ਕਰਕੇ। ਜਾਂ ਫਿਰ ਇਹ ਕਹਿ ਸਕਦੇ ਹਾਂ ਵੀ ਜਦੋਂ ਵੀ ਕਦੇ ਵੀ ਆਪਣੇ ਕੋਲ 3 ਫੇਸ ਸਪਲਾਈ ਦੇ ਵਿੱਚ ਕੋਈ ਨਾ ਕੋਈ ਜਿਹੜਾ ਅਰਥ ਹੈਗਾ, ਜਿਹੜੇ ਸਾਡਾ ਮੰਨ ਲਓ ਇਹ ਸਾਡੀ ਬਾਡੀ ਹੈਗੀ, ਇੱਕ ਇਸ ਸਪਲਾਈ ਦੀ ਕੋਈ ਵੀ ਜਿਹੜਾ ਟਰਮੀਨਲ ਇਸ ਬਾਡੀ ਦੇ ਨਾਲ ਟੱਚ ਕਰ ਗਿਆ, ਤਾਂ ਬਾਡੀ ਜਿਹੜੀ ਹੁੰਦੀ ਉਹ ਅਰਥ ਕੀਤੀ ਹੁੰਦੀ, ਤਾਂ ਅਰਥ ਦੇ ਵਿੱਚ ਉਸ ਵੇਲੇ ਵੀ ਕਰੰਟ ਵੱਧ ਜਾਏਗਾ। ਬੇਸ਼ੱਕ ਸਾਡੀਆਂ ਤਿੰਨੇ ਤਾਰਾਂ ਨੇ ਜਿਹੜੀਆਂ ਸਾਡੀਆਂ ਉਸ ਵੇਲੇ ਸੇਮ ਕਰੰਟ ਜਾ ਰਿਹਾ ਹੈਗਾ, ਕੋਈ ਫਰਕ ਨਹੀਂ ਪਿਆ ਹੈਗਾ, ਬਟ ਤਿੰਨਾਂ ਦੇ ਵਿੱਚ ਥੋੜ੍ਹਾ ਕਰੰਟ ਲੈ ਕੇ ਇਸ ਬਾਡੀ ਦੇ ਵਿੱਚ ਜਾਣ ਲੱਗ ਗਿਆ। ਪਰ ਬਾਡੀ ਦੇ ਵਿੱਚ ਜਾਣ ਲੱਗਿਆ ਹੋਇਆ ਕਰੰਟ ਜਿਹੜਾ ਹੋਊਗਾ ਉਹ ਇਸ ਲੀਕੇਜ ਦੁਆਰਾ, ਇਸ ਜਿਹੜੀ ਫਲਕਸ ਰਿਲੇ ਹੈਗੀ ਉਹਦੇ ਦੁਆਰਾ ਸੈਂਸ ਕਰ ਲਿਆ ਜਾਏਗਾ। ਓਕੇ ਜੀ। ਇਸ ਤੋਂ ਬਾਅਦ ਸਾਡੇ ਕੋਲ ਜਿਹੜੀ ਪ੍ਰੋਟੈਕਸ਼ਨ ਸਕੀਮ ਹੈਗਾ, ਉਸ ਪ੍ਰੋਟੈਕਸ਼ਨ ਸਕੀਮ ਦਾ ਜਿਹੜਾ ਨਾਂ ਹੈਗਾ ਉਹ ਹੈਗਾ ਮਰਜ਼ ਪ੍ਰਾਈਜ਼ ਪ੍ਰੋਟੈਕਸ਼ਨ ਸਕੀਮ। ਇਹ ਬੜੀ ਹੀ ਇੰਪੋਰਟੈਂਟ ਪ੍ਰੋਟੈਕਸ਼ਨ ਸਕੀਮ ਆ। ਇਹ ਡਿਫਰੈਂਸ਼ੀਅਲ ਸਕੀਮ ਹੈਗੀ, ਇਹ ਉਹਦਾ ਨਾਂ ਜਿਹੜਾ ਹੁੰਦਾ ਹੈਗਾ ਡਿਫਰੈਂਸ਼ੀਅਲ, ਤਾਂ ਰਿਲੇ ਹੈਗੀ ਜਿਹੜੀ ਯੂਜ਼ ਕੀਤੀ ਜਾਂਦੀ ਹੈਗੀ।
ਡਿਫਰੈਂਸ਼ੀਅਲ ਰਿਲੇ ਨੂੰ ਯੂਜ਼ ਕਰਕੇ ਜਿਹੜੀ ਅਸੀਂ ਪ੍ਰੋਟੈਕਸ਼ਨ ਯੂਜ਼ ਕਰਦੇ ਹਾਂ ਉਸ ਪ੍ਰੋਟੈਕਸ਼ਨ ਦਾ ਨਾਂ ਹੁੰਦਾ ਹੈਗਾ ਮਰਜ਼ ਪ੍ਰਾਈਜ਼ ਪ੍ਰੋਟੈਕਸ਼ਨ ਆਫ ਅਲਟਰਨੇਟਰ। ਜਿਹੜੀ ਮਰਜ਼ ਪ੍ਰਾਈਜ਼ ਪ੍ਰੋਟੈਕਸ਼ਨ ਆਫ ਅਲਟਰਨੇਟਰ ਹੈਗੀ ਹੈ ਯੂਜ਼ ਕੀਤੀ ਜਾਂਦੀ ਹੈ ਕਿ ਮੋਸਟਲੀ ਜੇ ਸਾਡੇ ਅਲਟਰਨੇਟਰ ਦੇ ਅੰਦਰਲੇ ਪਾਸੇ ਕੋਈ ਨਾ ਕੋਈ ਟਰਨ ਦੇ ਵਿੱਚ ਫਾਲਟ ਆ ਜਾਵੇ। ਜੇ ਮੰਨ ਲਓ ਸਪੋਜ਼ ਕਰੋ ਤੁਹਾਡੇ ਕੋਲ ਟਰਨ ਟੂ ਟਰਨ ਫਾਲਟ ਆ ਜੇ, ਟਰਨ ਟੂ ਟਰਨ ਕਾਹਦੇ ਕਰਕੇ? ਇੰਸੂਲੇਸ਼ਨ ਫੇਲੀਅਰ ਕਰਕੇ। ਇੰਸੂਲੇਸ਼ਨ ਫੇਲੀਅਰ ਕਿੱਥੇ ਕਿੱਥੇ ਹੋ ਸਕਦਾ? ਦੋ ਟਰਨਾਂ ਦਾ ਆਪਸ ਦੇ ਵਿੱਚ ਵੀ ਹੋ ਸਕਦਾ ਨਾ, ਜਾਂ ਫਿਰ ਇੱਕ ਟਰਨ ਦਾ ਅਰਥ ਨਾਲ, ਟਰਨ ਟੂ ਅਰਥ, ਜਾਂ ਫਿਰ ਬਾਡੀ ਜਿਹੜੀ ਹੁੰਦੀ ਉਹਦੇ ਨਾਲ ਵੀ ਹੋ ਸਕਦਾ ਹੈਗਾ। ਤਾਂ ਜਿਹੜੇ ਇਹਨਾਂ ਦੇ ਇੰਸੂਲੇਸ਼ਨ ਫੇਲੀਅਰ ਹੋਣ ਕਰਕੇ ਜਿਹੜੇ ਫਾਲਟ ਜਦੋਂ ਵੀ ਪੈਣਗੇ ਸਾਡੇ ਕੋਲ ਜਿਹੜਾ ਕਰੰਟ ਇੱਥੇ ਫਲੋ ਹੋ ਰਿਹਾ ਹੋਏਗਾ ਉਹ ਸਾਡਾ ਹਮੇਸ਼ਾ ਡਿਵਰਟ ਹੋਵੇਗਾ ਅਰਥ ਵੱਲ। ਅਸੀਂ ਇੱਥੇ ਕੀ ਲਗਾਇਆ ਹੋਇਆ? ਆਲਟਰਨੇਟਰ ਦੀ ਜਿਹੜੀ ਵਾਈਂਡਿੰਗ ਹੈਗੀ, ਵਾਈਂਡਿੰਗ ਦੇ ਇੱਧਰਲੇ ਪਾਸੇ ਖੱਬੇ ਪਾਸੇ ਅਸੀਂ ਸੀਟੀ ਲਗਾਇਆ ਹੋਏਗਾ ਅਤੇ ਸੱਜੇ ਪਾਸੇ ਵੀ ਜਿੱਧਰ ਆਊਟ ਗੋਇੰਗ ਆ ਉੱਧਰ ਵੀ ਲਗਾਇਆ ਹੋਏਗਾ, ਜਿੱਧਰ ਸਾਡੇ ਸਟਾਰ ਬਣਾ ਕੇ ਇਹਨੂੰ ਸ਼ਾਰਟ ਕੀਤਾ ਹੋਇਆ ਉੱਧਰ ਵੀ ਲਗਾਇਆ ਹੋਇਆ ਸੀਟੀ। ਤਾਂ ਦੋਨੇ ਸਾਡਾ ਜਿਹੜਾ ਪੂਰੇ ਸਰਕਟ ਦੇ ਵਿੱਚ ਜਿਹੜਾ ਕਲੋਜ਼ ਪਾਥ ਦੇ ਵਿੱਚ ਜਿਹੜਾ ਕਰੰਟ ਘੁੰਮਦਾ ਹੁੰਦਾ ਗਾ ਹਮੇਸ਼ਾ ਇੱਕ ਦੂਜੇ ਨੂੰ ਬੈਲੈਂਸ ਕਰਦਾ ਹੁੰਦਾ ਗਾ। 3 ਫੇਜ਼ ਦੇ ਵਿੱਚ ਜਿਹੜਾ ਸਮ ਆਫ ਆਲ ਕਰੰਟ ਹੁੰਦਾ ਦੈਟ ਇਜ਼ ਇਕੁਅਲ ਟੂ 0 ਹੁੰਦਾ। ਤਾਂ ਅਸੀਂ ਇੱਥੇ ਜਿਹੜਾ ਡਿਫਰੈਂਸ ਪਾਇਆ ਹੋਇਆ ਹੈਗਾ ਇਹਨਾਂ ਸਿਟੀ ਦੇ ਵਿੱਚ ਅਤੇ ਆਹ ਸਿਟੀ 2 ਦੇ ਵਿੱਚ, ਇਹਨਾਂ ਦੇ ਵਿੱਚ ਜਿਹੜਾ ਪਾਇਆ ਹੋਇਆ ਹੈਗਾ ਇਹਨਾਂ ਦੇ ਵਿੱਚ ਫਲੋ ਹੋਣ ਵਾਲਾ ਜਿਹੜਾ ਕਰੰਟ ਹੈਗਾ ਉਹ ਇਸ ਕੋਇਲਾਂ ਨੂੰ, ਜਿਹੜੀਆਂ ਇਹ ਕੋਇਲਾਂ ਨੇ ਜਿਹੜੀ ਸਾਡੀ ਟ੍ਰਿਪ ਕੋਇਲ ਨੂੰ ਜਿਹੜੀ ਜੁੜੀਆਂ ਹੋਈਆਂ ਨੇਗੀਆਂ, ਇਹਨਾਂ ਦੇ ਅੰਦਰ ਕੋਈ ਵੀ ਕਰੰਟ ਪੈਦਾ ਨਹੀਂ ਕਰਦਾ ਹੈਗਾ। ਇਹਦੇ ਦੁਆਰਾ ਪੈਦਾ ਕੀਤਾ ਹੋਇਆ ਕਰੰਟ ਇਹ ਦੁਆਰਾ ਮਾਰ ਦਿੱਤਾ ਜਾਂਦਾ, ਜਾਂ ਫਿਰ ਐਂ ਕਹਿ ਲਓ ਇਹਦੇ ਦੁਆਰਾ ਪੈਦਾ ਕੀਤਾ ਹੋਇਆ ਕਰੰਟ ਇਹ ਦੁਆਰਾ ਮਾਰ ਦਿੱਤਾ ਜਾਂਦਾ ਹੈਗਾ। ਠੀਕ ਹੈ ਜੀ। ਪਰ ਜੇ ਬਾਈ ਚਾਂਸ ਕਿਸੇ ਵੀ ਕਾਰਨ ਕਰਕੇ ਸਾਡੇ ਕੋਲ ਟਰਨ ਟੂ ਟਰਨ ਫਾਲਟ ਆ ਜਾਵੇ ਤਾਂ ਇਹਦਾ ਮਤਲਬ ਇੱਕ ਟਰਨ ਦਾ ਦੂਜੇ ਟਰਨ ਦੇ ਵਿੱਚ ਫਾਲਟ ਆ ਕੇ ਉਸ ਤੋਂ ਬਾਅਦ ਇਹ ਕੀ ਹੋਏਗਾ? ਇਹ ਅਰਥ ਹੋਏਗਾ। ਤਾਂ ਇਸ ਵਾਈਂਡਿੰਗ ਦੇ ਵਿੱਚ ਤਾਂ ਕਰੰਟ ਵੱਧ ਜਾਏਗਾ ਸਾਡਾ, ਜਾਂ ਫਿਰ ਐਂ ਕਹਿ ਲਓ ਇਸ ਸਾਈਡ ਤੋਂ ਲੈ ਕੇ ਇਸ ਸਾਈਡ ਸੇਮ ਰਹੇਗਾ, ਬਟ ਜਿਹੜੀ ਸਾਡੀਆਂ ਦੋ ਵਾਈਂਡਿੰਗਾਂ ਨੇ ਉੱਪਰਲੀਆਂ ਇਹਨਾਂ ਦੇ ਜਿਹੜੇ ਆ ਸਿਟੀਜ਼ ਹੋਣਗੇ ਆਪਰੇਟ ਹੋ ਜਾਣਗੇ। ਕਿਉਂਕਿ ਹੁਣ ਨਲ ਡਿਫਲੈਕਸ਼ਨ ਨਹੀਂ ਆ ਰਹੀ ਹੈਗੀ, ਦੋਨਾਂ ਸਾਈਡ ਦੇ ਉੱਪਰ ਕਰੰਟ ਬਰਾਬਰ ਨਹੀਂ ਆ ਰਿਹਾ ਹੈਗਾ। ਕੁਛ ਕਰੰਟ ਸਾਡਾ ਇੱਧਰਲੇ ਪਾਸੇ ਸਾਡਾ ਕਰੰਟ ਘੱਟ ਜਾਏਗਾ, ਇੱਧਰਲੇ ਪਾਸੇ ਕਰੰਟ ਸਾਡਾ ਵੱਧ ਜਾਏਗਾ। ਤਾਂ ਉਸ ਕੇਸ ਦੇ ਵਿੱਚ ਜਿਹੜੀ ਸਾਡੀਆਂ ਪ੍ਰੋਟੈਕਸ਼ਨ ਰਿਲੇਜ਼ ਹੁੰਦੀਆਂ ਨੇਗੀਆਂ ਆਪਰੇਟ ਕਰ ਜਾਂਦੀਆਂ ਨੇ, ਟ੍ਰਿਪ ਕੋਇਲ ਨੂੰ ਇਹ ਸਿਗਨਲ ਭੇਜ ਦਿੰਦੇ ਆ। ਤਾਂ ਮਰਜ ਪ੍ਰਾਈਜ਼ ਪ੍ਰੋਟੈਕਸ਼ਨ ਸਕੀਮ ਬੇਸਿਕਲੀ ਕੀ ਹੈ? ਇਟ ਇਜ਼ ਦਾ ਯੂਜ਼ ਆਫ ਡਿਫਰੈਂਸ਼ੀਅਲ ਰਿਲੇਜ਼ ਟੂ ਸੈਂਸ ਦਾ ਅਨਇਕੁਅਲ ਕੁਆਂਟੀਟੀਜ਼ ਬਿਟਵੀਨ ਦਾ ਟੂ ਐਂਡਸ ਆਫ ਏ ਆਪਰੇਟਸ। ਇਹਨੂੰ ਅਸੀਂ ਮਰਜ ਪ੍ਰਾਈਜ਼ ਪ੍ਰੋਟੈਕਸ਼ਨ ਸਕੀਮ ਕਹਿੰਦੇ ਹੈਗੇ। ਠੀਕ ਹੈ ਜੀ। ਇਸ ਤੋਂ ਬਾਅਦ ਸਾਡੇ ਕੋਲ ਆਉਂਦਾ ਗਾ, ਇਹ ਸੀਗੀ ਮੇਨ ਸੀਗੀ ਸਾਡੀ ਅਲਟਰਨੇਟਰ ਦੀ। ਇਹ ਤੋਂ ਬਾਅਦ ਸਾਡੇ ਕੋਲ ਆਉਂਦਾ ਟਰਾਂਸਫਾਰਮਰ ਦੀ ਜਿਹੜੀ ਸਭ ਤੋਂ ਬੈਸਟ ਜਿਹੜੀ ਸਾਡੀ ਪ੍ਰੋਟੈਕਸ਼ਨ ਹੈਗੀ ਉਹ ਹੈਗੀ ਸਾਡੀ ਬੱਕਰ ਰਿਲੇ। ਨੈਕਸਟ ਰਿਲੇ ਜਿਹੜੀ ਸਾਡੀ ਟਰਾਂਸਫਾਰਮਰ ਦੀ ਪ੍ਰੋਟੈਕਸ਼ਨ ਵਾਸਤੇ ਅਸੀਂ ਯੂਜ਼ ਕਰਦੇ ਆਂਗੇ ਦੈਟ ਇਜ਼ ਬੱਕਰ ਰਿਲੇ। ਬੱਕਰ ਰਿਲੇ ਇੱਕ ਐਸੀ ਰਿਲੇ ਹੈਗੀ ਜਿਹੜੀ ਕਿ ਸਾਡਾ ਜਿਹੜਾ ਟਰਾਂਸਫਾਰਮਰ ਦਾ ਮੇਨ ਟੈਂਕ ਹੁੰਦਾ ਗਾ, ਇਸ ਮੇਨ ਟੈਂਕ ਦੇ ਉੱਪਰ, ਅਤੇ ਜਿਹੜਾ ਕੰਜ਼ਰਵੇਟਰ ਟੈਂਕ ਨੂੰ ਪਾਈਪ ਜਾਂਦਾ ਹੁੰਦਾ ਇੱਥੇ, ਇਸ ਕੰਜ਼ਰਵੇਟਰ ਟੈਂਕ ਅਤੇ ਮੇਨ ਟੈਂਕ ਦੇ ਵਿਚਕਾਰ ਇੱਥੇ ਬੱਕਰ ਰਿਲੇ ਲੱਗਦੀ ਹੈਗੀ। ਇਹ ਜਿਹੜੀ ਬੱਕਰ ਰਿਲੇ ਹੈਗੀ ਇਹ ਕੀ ਕਰਦੀ ਹੈਗੀ? ਇਹ ਇੱਕ ਗੈਸ ਐਕਚੁਏਟਿੰਗ ਰਿਲੇ ਹੈਗੀ। ਇਹਦਾ ਕੀ ਮਤਲਬ ਹੈਗਾ? ਗੈਸ ਐਕਚੁਏਟਿੰਗ ਦਾ ਮਤਲਬ ਇਹ ਹੈ ਕਿ ਬਾਕੀ ਜਿੰਨੀਆਂ ਵੀ ਰਿਲੇ ਸੀਗੀਆਂ ਉਹ ਸਾਡੀਆਂ ਕਦੋਂ ਕੰਮ ਕਰਦੇ ਸੀ? ਜਦੋਂ ਇੱਕ ਓਵਰ ਕਰੰਟ ਹੋ ਜਾਂਦਾ ਸੀਗਾ। ਆਪਾਂ ਉਹਨਾਂ ਨੂੰ ਕਰੰਟ ਐਕਚੁਏਟਿੰਗ ਕਹਿੰਦੇ ਸੀ ਕਿਉਂਕਿ ਕਰੰਟ ਨੂੰ ਉਹ ਮਾਪਦੀਆਂ ਸੀਗੀਆਂ ਅਤੇ ਕਰੰਟ ਦੀ ਵੈਲਿਊ ਜਦੋਂ ਵੱਧਦੀ ਸੀਗੀ ਉਸ ਵੇਲੇ ਆਪਰੇਟ ਹੁੰਦੀਆਂ ਸੀਗੀਆਂ। ਬਟ ਜਿਹੜੀ ਸਾਡੀ ਇਹ ਬਕਲਸ ਰਿਲੇ ਹੈਗੀ ਇਹ ਗੈਸ ਐਕਚੁਏਟਿੰਗ ਰਿਲੇ ਹੈਗੀ। ਇਹ ਸੈਂਸ ਕਰੇ ਕਿ ਸਾਡਾ ਟਰਾਂਸਫਾਰਮਰ ਦਾ ਜਿਹੜਾ ਜਦੋਂ ਵੀ ਟਰਾਂਸਫਾਰਮਰ ਹੀਟ ਹੁੰਦਾ ਗਾ ਤਾਂ ਉਹਦੇ ਵਿੱਚ ਕੀ ਹੁੰਦਾ, ਜਿਹੜਾ ਤੇਲ ਹੈਗਾ ਉਹਦਾ ਜਿਹੜਾ ਵੋਲਿਊਮ ਆ ਇੰਕਰੀਜ਼ ਹੁੰਦਾ ਗਾ। ਤਾਂ ਇਸ ਮੇਨ ਟੈਂਕ ਤੋਂ ਇੱਧਰ ਨੂੰ ਜਾਂਦਾ ਗਾ ਸਾਡੇ ਕੰਜ਼ਰਵੇਟਰ ਟੈਂਕ ਵੱਲ। ਇੱਥੇ ਜਿਹੜਾ ਸਾਡਾ ਲੈਵਲ ਹੁੰਦਾ ਉਹ ਰਾਈਜ਼ ਹੁੰਦਾ ਜਦੋਂ ਵੀ ਆਪਣਾ ਲੋਡ ਵੱਧਦਾ ਹੈਗਾ। ਤਾਂ ਨੋਰਮਲ ਜੇ ਸਾਡਾ ਇਕੱਲਾ ਇੱਥੇ ਜਿਹੜਾ ਟਰਾਂਸਫਾਰਮਰ ਦਾ ਤੇਲ ਜਿਹੜਾ ਜੇ ਸਿਰਫ ਉਹ ਚੜ੍ਹ ਰਿਹਾ ਇੱਥੇ ਇਹਦੇ ਵਿੱਚ ਦੀ ਇੱਧਰ ਨੂੰ ਜਾ ਰਿਹਾ ਤਾਂ ਕੋਈ ਦਿੱਕਤ ਨਹੀਂ ਹੈਗੀ, ਉਹ ਜਾਏਗਾ ਇੱਦਾਂ ਜਾਵੇਗਾ, ਕੋਈ ਦਿੱਕਤ ਨਹੀਂ ਹੈਗੀ। ਬਟ ਪ੍ਰੋਬਲਮ ਕਦੋਂ ਆਏਗੀ? ਜੇ ਸਪੋਜ਼ ਕਰੋ ਟਰਾਂਸਫਾਰਮਰ ਦੇ ਅੰਦਰ ਮੇਨ ਟੈਂਕ ਦੇ ਅੰਦਰ ਕੋਈ ਵੀ ਦੋ ਜਿਹੜੀਆਂ ਟਰਨਾਂ ਨੇ ਉਹ ਆਪਸ ਦੇ ਵਿੱਚ ਸ਼ਾਰਟ ਹੋ ਜਾਣ, ਤਾਂ ਸ਼ਾਰਟ ਹੋਣ ਦੇ ਨਾਲ ਉੱਥੇ ਇੱਕ ਆਰਕ ਪੈਦਾ ਹੋਏਗੀ। ਅਤੇ ਆਰਕ ਸਾਨੂੰ ਪਤਾ ਆਰਕ ਕੀ ਕਰਦੀ ਹੁੰਦੀ ਹੈਗੀ, ਜਿਵੇਂ ਉਹਦੇ ਵਿੱਚ ਅਸੀਂ ਪੜ੍ਹਿਆ ਸੀਗਾ ਸਾਡੇ ਸਰਕਟ ਬ੍ਰੇਕਰ ਦੇ ਵਿੱਚ, ਆਰਕ ਕੀ ਕਰੇਗੀ? ਡੀਕੰਪੋਜ਼ਡ ਕਰ ਦੇਗੀ ਟਰਾਂਸਫਾਰਮਰ ਨੂੰ, ਡੀਕੰਪੋਜ਼ ਕਰੇਗੀ ਹਾਈਡਰੋਜਨ ਦੇ ਵਿੱਚ। ਹਾਈਡਰੋਜਨ ਦੇ ਉਹਦੇ ਵਿੱਚੋਂ ਐਟਮਸ ਬਣ ਜਾਣ, ਹਾਈਡਰੋਜਨ ਦੇ ਬਬਲਸ ਬਣਨਗੇ। ਤਾਂ ਜਦੋਂ ਹਾਈਡਰੋਜਨ ਗੈਸ ਪੈਦਾ ਹੋ ਜਾਏਗੀ ਹੋਰ ਵੀ ਕਈ ਗੈਸਾਂ ਪੈਦਾ ਹੋ ਜਾਣਗੀਆਂ। ਜਿਹੜੀ ਗੈਸ ਹੁੰਦੀ ਉਹ ਹਲਕੀ ਹੁੰਦੀ ਹੈ, ਗੈਸਿਸ ਹਮੇਸ਼ਾ ਉੱਪਰ ਨੂੰ ਉੱਠਣਗੀਆਂ। ਇੱਥੇ ਜਿਹੜੀ ਸਾਡਾ ਟਰਾਂਸਫਾਰਮਰ ਦਾ ਆਇਲ ਹੈਗਾ ਹੁਣ ਉਹ ਸਿੱਧਾ ਨਾ ਜਾ ਕੇ ਉਹ ਉੱਪਰ ਉੱਠੇਗਾ ਇੱਥੇ। ਜਦੋਂ ਉੱਪਰ ਉੱਠਣ ਦੇ ਨਾਲ ਕੀ ਹੋਏਗਾ, ਜਿਹੜਾ ਆਹ ਏਰੀਆ ਹੈਗਾ ਇੱਥੇ ਸਾਡੇ ਕੋਲ ਟਰਾਂਸਫਾਰਮਰ ਦਾ ਜਿਹੜਾ ਤੇਲ ਹੈਗਾ ਉਹ ਹੇਠਾਂ ਨੂੰ ਤੱਕ ਵੱਜੇਗੀ ਇਹਨੂੰ।
ਤਾਂ ਜਿਹੜੀ ਕਿਹੜੀ ਆ ਸਵਿਚ ਪਈ ਇੱਕ ਮਰਕਰੀ ਸਵਿਚ ਲੱਗੀ ਹੁੰਦੀ ਹੈ ਜਿਹੜੀ ਕਿ ਇੱਦਾਂ ਪਈ ਆ, ਦੇਖੋ ਧਿਆਨ ਨਾਲ ਦੇਖੋ, ਜੇ ਡਾਇਗਰਾਮ ਦੇ ਵਿੱਚ ਨਹੀਂ ਦਿੱਤਾ ਮੈਂ ਅਲੱਗ ਬਣਾ ਕੇ ਦਿਖਾਉਣਾ, ਇੱਦਾਂ ਪਈ ਆ ਮਰਕਰੀ ਸਵਿਚ। ਮਰਕਰੀ ਸਾਨੂੰ ਪਤਾ ਵੀ ਕੰਡਕਟਿੰਗ ਹੁੰਦਾ ਹੈਗਾ, ਇਹ ਨੋਰਮਲੀ ਇਹ ਸਾਡੀ ਲੈਵਲ ਇੱਦਾਂ ਹੁੰਦਾ, ਇੱਦਾਂ ਪਈ ਹੈਗੀ। ਹੁਣ ਜੇ ਆਹ ਜਦੋਂ ਟਰਾਂਸਫਾਰਮਰ ਤੇ ਜਿਹੜਾ ਇੱਥੇ ਜਿਹੜਾ ਸਾਡਾ ਜਿਹੜੀ ਸਾਡੀ ਗੈਸ ਇਕੱਠੀ ਹੋਣ ਲੱਗ ਗਈ, ਇਹ ਹੇਠਾਂ ਨੂੰ ਆ ਜਾਏਗਾ, ਜਿਹੜਾ ਪਿਆ ਗਿਆ ਇੱਥੇ ਜਿਹੜਾ ਅਪਰ ਫਲੋਟ ਪਿਆ ਹੈਗਾ, ਤਾਂ ਉਹਦੇ ਨਾਲ ਕੀ ਹੋਏਗਾ, ਜਿਹੜੀ ਆ ਸਵਿਚ ਹੈਗੀ ਇਹ ਸਿੱਧੀ ਹੋ ਜਾਏਗੀ, ਇਹ ਸਵਿਚ ਇੱਦਾਂ ਹੋ ਜਾਏਗੀ, ਇਹ ਇੱਦਾਂ ਹੋ ਜਾਏਗੀ ਸਵਿਚ। ਜਦੋਂ ਇੱਦਾਂ ਹੋਊਗੀ ਤਾਂ ਸਾਡੇ ਕੋਲ ਜਿਹੜੇ ਦੋਏ ਜਿਹੜੇ ਕੰਟੈਕਟ ਨੇਗੇ ਉਹ ਸਾਡੇ ਇਸ ਮਰਕਰੀ ਦੇ ਵਿੱਚ ਡੁੱਬ ਜਾਣਗੇ, ਜਿਹੜਾ ਕਿ ਗੁੱਡ ਕੰਡਕਟਰ ਹੁੰਦਾ ਹੈਗਾ। ਤਾਂ ਇਹ ਜਿਹੜਾ ਸਰਕਟ ਹੈ ਅਲਾਰਮ ਦੇ ਨਾਲ ਲੱਗਿਆ ਹੋਏਗਾ, ਅਤੇ ਸਾਡਾ ਅਲਾਰਮ ਸਾਡਾ ਵੱਜ ਜਾਏਗਾ, ਜਿਹੜਾ ਕਿ ਸਾਨੂੰ ਦੱਸ ਦੇਗਾ ਵੀ ਟਰਾਂਸਫਾਰਮਰ ਦੇ ਅੰਦਰ ਕੋਈ ਨਾ ਕੋਈ ਫਾਲਟ ਹੈਗਾ। ਅਤੇ ਜੇ ਜ਼ਿਆਦਾ ਹੋਇਆ, ਜੇ ਜਿਹੜਾ ਗੈਸਿਸ ਨੇਗੀਆਂ ਜਿਹੜੀਆਂ ਉਹਨਾਂ ਜਿਹੜਾ ਫਲੋ ਜ਼ਿਆਦਾ ਹੋਇਆ, ਤਾਂ ਜਿਹੜਾ ਆਹ ਪਲੰਜਰ ਇੱਥੇ ਜਿਹੜਾ ਲੱਗਿਆ ਹੋਇਆ ਹੈਗਾ, ਜਿਹੜਾ ਫਲੋਟ ਲੱਗਿਆ ਫਲੈਪ ਲੱਗਿਆ ਹੋਇਆ ਹੈਗਾ, ਇਹ ਤੱਕ ਵੱਜੇਗੀ ਇਹਨੂੰ। ਤਾਂ ਆਹ ਉੱਪਰ ਨੂੰ ਜਦੋਂ ਉੱਠ ਕੇ ਜਿਹੜੀ ਆਹ ਮਰਕਰੀ ਸਵਿਚ ਪਈ ਹੈਗੀ ਇਹ ਸਾਡੇ ਕੀ ਕਰੇਗੀ, ਇਹ ਟ੍ਰਿਪ ਕਰਵਾ ਦੇਗੀ। ਤਾਂ ਬੱਕਰਲੇ ਜਿਹੜੀ ਹੁੰਦੀ ਹੈਗੀ ਇਹ ਟਰਾਂਸਫਾਰਮਰ ਦੇ ਮੇਨ ਟੈਂਕ 'ਤੇ ਇੱਥੇ ਲੱਗੀ ਹੁੰਦੀ ਹੈਗੀ। ਇੱਕ ਗੈਸ ਐਕਚੁਏਟਿੰਗ ਡਿਵਾਈਸ ਹੈਗਾ, ਗੈਸ ਐਕਚੁਏਟਿੰਗ ਰਿਲੇ ਹੈਗੀ। ਦੂਜੀ ਗੱਲ ਇਹ ਹੈ, ਜ਼ਿਆਦਾਤਰ ਜਿੰਨੀਆਂ ਵੀ ਰਿਲੇ ਸੀਗੀਆਂ ਸਾਡੀਆਂ ਜਦੋਂ ਫਾਲਟ ਪੈ ਜਾਂਦਾ ਸੀਗਾ ਨਾ, ਜਦੋਂ ਸਭ ਕੁਛ ਖਤਮ ਹੋ ਜਾਂਦਾ ਸੀ, ਉਸ ਤੋਂ ਬਾਅਦ ਕੰਮ ਕਰਦੀਆਂ ਸੀਗੀਆਂ। ਇਹ ਫਾਲਟ ਪ੍ਰੈਡਿਕਸ਼ਨ ਰਿਲੇ ਹੈਗੀ, ਫਾਲਟ ਪ੍ਰੈਡਿਕਸ਼ਨ ਰਿਲੇ ਹੈਗੀ। ਇਹ ਫਾਲਟ ਪੈਣ ਤੋਂ ਪਹਿਲਾਂ ਕੰਮ ਕਰਦੀ ਹੈਗੀ। ਜਿਹੜਾ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਹਰੇਕ ਵਾਰੀ ਉਹ ਆਉਂਦਾ ਹੈਗਾ ਵੀ ਇਹ ਯੂਜ਼ ਕੀਤੀ ਜਾਂਦੀ ਹੈ ਇੰਟਰਨਲ ਫਾਲਟਸ ਵਾਸਤੇ। ਬਾਹਰਲੇ ਪਾਸੇ ਕੋਈ ਫਾਲਟ ਪਊਗਾ, ਬਾਹਰ ਦੇ ਨਾਲ ਗੈਸਿਸ ਤਾਂ ਨਹੀਂ ਵਧਣੀਆਂ ਹੈਗੀਆਂ। ਮੇਨ ਜਿਹੜਾ ਫਾਲਟ ਜੇ ਟਰਾਂਸਫਾਰਮਰ ਦੇ ਟੈਂਕ ਦੇ ਅੰਦਰਲੇ ਪਾਸੇ ਪਊਗਾ, ਇੱਥੇ ਸਿਰਫ ਉਹਨਾਂ ਫਾਲਟਸ ਵਾਸਤੇ ਯੂਜ਼ ਕੀਤੀ ਜਾਂਦੀ ਹੈ। ਤਾਂ ਇੰਟਰਨਲ ਫਾਲਟ ਵਾਸਤੇ ਇਹਨੂੰ ਯੂਜ਼ ਕਰਦੇ ਆਂਗੇ ਆਪਾਂ। ਠੀਕ ਹੈ ਜੀ। ਨੈਕਸਟ ਜਿਹੜੀ ਗੱਲ ਅਸੀਂ ਬੱਕਰਲੇ ਵਾਸਤੇ ਯਾਦ ਰੱਖਣੀ ਹੈਗੀ ਉਹ ਇਹ ਹੈਗੀ ਵੀ ਛੋਟੇ ਟਰਾਂਸਫਾਰਮਰ ਦੇ ਵਿੱਚ ਇਹ ਨਹੀਂ ਯੂਜ਼ ਕੀਤੀ ਜਾਂਦੀ। ਅਬਵ 500 KVA 500 KVA ਤੋਂ ਉੱਪਰ ਜਿੰਨੇ ਵੀ ਟਰਾਂਸਫਾਰਮਰਸ ਨੇਗੇ ਉਹਨਾਂ ਵਾਸਤੇ ਇਹ ਯੂਜ਼ ਕੀਤੀ ਜਾਂਦੀ ਹੈਗੀ। ਛੋਟੇ ਟਰਾਂਸਫਾਰਮਰ ਦੀ ਲੋੜ ਨਹੀਂ ਹੁੰਦੀ ਹੈਗੀ। ਇੱਕ ਤੁਹਾਨੂੰ ਹੋਰ ਪੁੱਛਿਆ ਜਾਂਦਾ ਕਈ ਵਾਰੀ ਵੀ ਜਿਹੜਾ ਟਰਾਂਸਫਾਰਮਰ ਦਾ ਟੈਂਕ ਦਾ ਜਿਹੜਾ ਇਹ ਪਾਈਪ ਜਿਹੜੀ ਕਨੈਕਟਿੰਗ ਪਾਈਪ ਹੁੰਦੀ ਹੈਗੀ ਕੰਜ਼ਰਵੇਟਰ ਟੈਂਕ ਟੂ ਮੇਨ ਟੈਂਕ, ਇਹਦਾ ਐਂਗਲ ਕਿੰਨਾ ਹੁੰਦਾ? ਲਗਭਗ 9 ਡਿਗਰੀ ਦਾ ਐਂਗਲ ਹੁੰਦਾ ਹੈਗਾ, ਇਹ ਵੀ ਯਾਦ ਰੱਖਣਾ ਗਾ। ਇਹ ਐਂਗਲ ਸਲੈਂਟ ਹਾਈਟ ਤਾਂ ਬਣਾਈ ਹੁੰਦੀ ਜਦੋਂ ਸਾਡਾ ਟਰਾਂਸਫਾਰਮਰ ਦਾ ਜਿਹੜਾ ਲੋਡ ਆ ਉਹ ਘਟ ਜਾਵੇ, ਤਾਂ ਇਹਦੇ ਵਿੱਚ ਜਿੰਨਾ ਵੀ ਤੇਲ ਪਿਆ ਉਹ ਸਾਡਾ ਨੀਚੇ ਉਤਰ ਜਾਵੇ। ਤਾਂ ਇੱਕ ਸਲੈਂਟ ਹਾਈਟ ਬਣਾਈ ਹੁੰਦੀ ਹੈ, ਲੋਡ ਜੀ ਬਣਾਈ ਹੁੰਦੀ ਹੈਗੀ, ਅਸੀਂ ਇਹ ਕਹਿ ਸਕਦੇ ਹਾਂਗੇ। ਤਾਂ ਬੱਕਰਲੇ ਬਾਰੇ ਆਹੀ ਗੱਲਾਂ ਸੀਗੀਆਂ। ਇੰਟਰਨਲ ਫਾਲਟ ਯਾਦ ਰੱਖਣਾ ਗਾ ਜੀ, 500 KVA ਯਾਦ ਰੱਖਣਾ, ਇਸ ਤੋਂ ਘੱਟ ਯੂਜ਼ ਨਹੀਂ ਹੁੰਦੀ, ਇਸ ਤੋਂ ਵੱਧ ਯੂਜ਼ ਕਰਦੀ ਆ। ਗੈਸ ਐਕਚੁਏਟਿੰਗ ਰਿਲੇ ਹੈਗੀ। ਜ਼ਿਆਦਾਤਰ ਜਿਹੜੇ ਬਾਕੀ ਰਿਲੇ ਸੀਗੀਆਂ ਜਾਂ ਤਾਂ ਉਹ ਕਰੰਟ ਐਕਚੁਏਟਿੰਗ ਸੀਗੀਆਂ ਜਾਂ ਸਾਡੀਆਂ ਉਹ ਵੋਲਟੇਜ ਐਕਚੁਏਟਿੰਗ ਸੀਗੀਆਂ। ਤਾਂ ਇਹ ਸੀਗਾ ਜੀ ਸਾਡਾ। ਇਸ ਤੋਂ ਬਾਅਦ ਇਹ ਤਾਂ ਇੰਟਰਨਲ ਫਾਲਟ ਵਾਸਤੇ ਸੀਗਾ। ਉਸ ਤੋਂ ਬਾਅਦ ਸਾਡੇ ਕੋਲ ਇਹ ਆਉਂਦੀ ਹੈ ਮਰਜ ਪ੍ਰਾਈਸ ਪ੍ਰੋਟੈਕਸ਼ਨ। ਜਿਵੇਂ ਅਸੀਂ ਮਰਜ ਪ੍ਰਾਈਸ ਪ੍ਰੋਟੈਕਸ਼ਨ ਪੜ੍ਹੀ ਜਨਰੇਟਰ ਦੀ, ਉਸੇ ਤਰੀਕੇ ਨਾਲ ਸਾਡੇ ਕੋਲ ਜਿਹੜੀ ਇੱਥੇ ਹੈਗੀ ਮਰਜ ਪ੍ਰਾਈਸ ਪ੍ਰੋਟੈਕਸ਼ਨ, ਇਟ ਇਜ਼ ਯੂਜ਼ ਫੋਰ ਟਰਾਂਸਫਾਰਮਰ ਆਲਸੋ। ਤਾਂ ਇੱਥੇ ਦੇਖੋ ਜੀ ਮਰਜ ਪ੍ਰਾਈਸ ਪ੍ਰੋਟੈਕਸ਼ਨ ਦੇ ਵਿੱਚ ਸਾਡੇ ਕੋਲ ਜੇ ਇਹਨਾਂ ਨੂੰ CTN ਨੂੰ ਅਸੀਂ ਭੁੱਲ ਜਾਈਏ, ਪਹਿਲਾਂ ਦੇਖੋ ਇੱਥੇ ਜਿਹੜੀ ਪ੍ਰਾਇਮਰੀ ਵਾਇੰਡਿੰਗ ਆ ਟਰਾਂਸਫਾਰਮਰ ਆ ਸਾਡਾ, ਪ੍ਰਾਇਮਰੀ ਵਾਇੰਡਿੰਗ ਕਿਵੇਂ ਕਨੈਕਟ ਹੈਗੀ ਆ, ਦੇਖੋ ਕਿਵੇਂ ਕਨੈਕਟ ਹੈਗੀ। ਇੱਥੇ ਜਾ ਰਿਹਾ, ਜਿੱਥੇ ਖਤਮ ਹੋ ਰਿਹਾ ਇੱਥੇ ਜਾ ਰਿਹਾ, ਕੀ ਹੈ ਡੈਲਟਾ ਕਨੈਕਟਡ ਹੈਗੀ ਪ੍ਰਾਇਮਰੀ। ਤਾਂ ਪ੍ਰਾਇਮਰੀ ਵਾਇੰਡਿੰਗ ਸਾਡੀ ਡੈਲਟਾ ਕਨੈਕਟਡ ਹੈ, ਅਤੇ ਸੈਕੰਡਰੀ ਵਾਇੰਡਿੰਗ ਦੇਖੋ ਕੀ ਹੈਗੀ, ਇਹ ਵੀ ਸਾਡੀ ਡੈਲਟਾ ਕਨੈਕਟਡ ਹੈਗੀ, ਇਹ ਵੀ ਸਾਡੀ। ਤਾਂ ਇਹ ਡੈਲਟਾ ਟਰਾਂਸਫਾਰਮਰ ਆ ਸਾਡਾ। ਅਸੀਂ ਕੀ ਕੀਤਾ, ਇਹਦੀ ਇਨਕਮਿੰਗ ਦੇ ਵਿੱਚ ਜਿੱਧਰਲੇ ਪਾਸੇ ਇਹਦਾ ਇਨਕਮਿੰਗ ਦੇ ਵਿੱਚ ਇਨਪੁੱਟ ਦੇ ਵਿੱਚ ਕਰੰਟ ਜਾ ਰਿਹਾ, ਉੱਥੇ 3 ਸੀਟੀਜ਼ ਆ ਜਿਹੜੇ ਸਾਡੇ ਆ ਦੇਖੋ 1 2 ਆ ਜਿਹੜੇ 3 ਸੀਟੀ ਹੈਗੇ, ਇਹਨਾਂ ਦੀ ਇੱਕ ਕੋਰ ਆ ਜਿਹੜੀ ਅਸੀਂ ਉਹ ਇੱਥੇ ਆਪਸ ਦੇ ਵਿੱਚ ਇੱਕ ਪਾਸੇ ਸਟਾਰ ਕਨੈਕਸ਼ਨ ਬਣਾਏ ਹੈਗੇ ਸੀਟੀ ਦੇ। ਅਤੇ ਉਸ ਤੋਂ ਬਾਅਦ ਇਹਨੂੰ ਇੱਥੇ ਇਹਨੂੰ ਜਿਹੜੀ ਤਾਰ ਜਾ ਰਹੀ ਹੈਗੀ ਐਂਡ ਤੱਕ, ਇਹਨੂੰ ਅਸੀਂ ਕਹਿੰਦੇ ਹੈਗੇ ਪਾਇਲਟ ਵਾਇਰ। ਇੱਦਾਂ ਜਿਹੜੀਆਂ ਤਾਰਾਂ ਜਾ ਰਹੀਆਂ ਨੇਗੀਆਂ। ਹੁਣ ਇਹ ਕੀ ਕਰਨਗੀਆਂ, ਜਿਹੜੀਆਂ ਸਾਡੇ ਸੀਟੀ ਲੱਗੇ ਹੋਏ ਨੇਗੇ, ਸੀਟੀ ਇੱਕ ਦੂਜੇ ਨੂੰ ਪਹਿਲਾਂ ਨੋਰਮਲ ਕੰਡੀਸ਼ਨ ਦੇ ਵਿੱਚ ਜੇ ਇਹਨਾਂ ਦੇ ਅੰਦਰ ਜਾਣ ਵਾਲਾ ਕਰੰਟ ਟਰਾਂਸਫਾਰਮਰ ਦੇ ਅਤੇ ਬਾਹਰ ਜਾਣ ਵਾਲਾ ਕਰੰਟ, ਜੇ ਦੋਨੇ ਕਰੰਟ ਬਰਾਬਰ ਨੇਗੇ ਤਾਂ ਰਿਲੇਜ਼ ਦੇ ਵਿੱਚ ਵੀ ਫਲੋ ਹੋਣ ਵਾਲਾ ਕਰੰਟ ਜਿਹੜਾ ਉਹ ਬਰਾਬਰ ਹੋਏਗਾ। ਤਾਂ ਜੇ ਕਰੰਟ ਬਰਾਬਰ ਹੋਏਗਾ ਤਾਂ ਉਸ ਕੇਸ ਦੇ ਵਿੱਚ ਸਾਡੇ ਕੋਲ ਜਿਹੜੀ ਸਾਡੇ ਪਈਆਂ ਨੇਗੀਆਂ ਕੋਇਲਸ ਪਈਆਂ ਨੇਗੀਆਂ, ਇਹਨਾਂ ਦੇ ਵਿੱਚ ਕੋਈ ਵੀ ਆਪਰੇਟਿੰਗ ਕੋਇਲ ਦੇ ਵਿੱਚ ਕੋਈ ਵੀ ਫਲਕਸ ਪੈਦਾ ਨਹੀਂ ਹੋਏਗੀ। ਜੇ ਸਪੋਜ਼ ਕਰੋ ਕਿਸੇ ਵੀ ਕਾਰਨ ਕਰਕੇ ਸਾਡਾ ਇਨਕਮਿੰਗ ਦੇ ਵਿੱਚ ਜਿਹੜਾ ਕਰੰਟ ਆ ਉਹ ਵੱਧਦਾ ਹੈਗਾ ਅਤੇ ਆਊਟਗੋਇੰਗ ਦੇ ਵਿੱਚ ਕਰੰਟ ਘੱਟਦਾ ਹੈਗਾ, ਇਹ ਕਦੋਂ ਹੋ ਸਕਦਾ? ਜਦੋਂ ਇੱਥੇ ਕੋਈ ਫਾਲਟ ਪਊਗਾ, ਜਦੋਂ ਅਰਥ ਫਾਲਟ ਪਊਗਾ ਕੋਈ, ਜਦੋਂ ਟਰਨ ਟੂ ਰਨ ਫਾਲਟ ਪਊਗਾ, ਤਾਂ ਉਸ ਕੇਸ ਦੇ ਵਿੱਚ ਸਾਡੇ ਜਿਹੜੇ ਆਪਰੇਟਿੰਗ ਕੋਇਲਸ ਨੇਗੇ ਆਪਰੇਟ ਹੋ ਜਾਣਗੇ ਅਤੇ ਸਾਡੇ ਜਿਹੜੇ ਆਹ ਪਏ ਨੇਗੇ ਸਰਕਟ ਇਹਨਾਂ ਨੂੰ ਖਿੱਚ ਲੈਣਗੇ। ਇਸ ਮਰਜ ਪ੍ਰਾਈਸ ਪ੍ਰੋਟੈਕਸ਼ਨ ਦੇ ਵਿੱਚ ਜਿਹੜੀ ਯਾਦ ਰੱਖਣ ਵਾਲੀ ਗੱਲ ਆ Z ਹੈਗਾ, ਇੱਥੇ X ਨਹੀਂ ਹੈਗਾ। ਜਿਹੜੀ ਯਾਦ ਰੱਖਣ ਵਾਲੀ ਗੱਲ ਸਿਰਫ ਉਹ ਇਹੀ ਹੈਗੀ ਵੀ ਯਾਦ ਰੱਖਣਾ ਤੁਸੀਂ ਟਰਾਂਸਫਾਰਮਰ ਦੇ ਸਪੈਸ਼ਲੀ ਕੇਸ ਦੇ ਵਿੱਚ ਵੀ ਜੇ ਟਰਾਂਸਫਾਰਮਰ ਸਾਡਾ ਡੈਲਟਾ ਹੈਗਾ, ਤਾਂ ਜਿਹੜੀਆਂ ਰਿਲੇਜ਼ ਨੇਗੀਆਂ ਦੇਖੋ ਕਿਵੇਂ ਕਨੈਕਸ਼ਨ ਕੀਤੇ ਹੋਏ ਸੀਗੇ। ਜਿਹੜੀਆਂ ਰਿਲੇਅ ਦੇ ਕਨੈਕਸ਼ਨ ਹੋਣਗੇ ਜਿਹੜੇ ਸਾਡੇ ਉਹ ਸਿਟੀਜ਼ ਦੇ ਜਿਹੜੇ ਰਿਲੇਅ ਦੇ ਸਿਟੀ ਹੈਗੇ ਉਹਨਾਂ ਦੇ ਕਨੈਕਸ਼ਨ ਸਟਾਰ ਹੋਣਗੇ।
ਡੈਲਟਾ ਕੀ ਨਾ ਸੌਰੀ ਡੈਲਟਾ ਸੀਗੇ ਯਾਰ, ਦੇਖੋ ਡੈਲਟਾ ਸੀਗੇ ਦੋਨੇ, ਮੈਂ ਗਲਤੀ ਨਾਲ ਸਟਾਰ ਬਣਾ ਗਿਆ। ਇਹਨਾਂ ਜਿਹੜੇ ਰਿਲੇ ਦੇ ਕਨੈਕਸ਼ਨ ਹੋਣਗੇ ਉਹ ਕਿਹੜੇ ਹੋਣਗੇ, ਸਟਾਰ ਸਟਾਰ ਹੋਣਗੇ। ਇਹ ਪੁੱਠਾ ਹੁੰਦਾ ਗਾ, ਜੇ ਤੁਹਾਡੇ ਕੋਲ ਟਰਾਂਸਫਾਰਮਰ ਆ ਜਿਹੜਾ ਤੁਹਾਡਾ ਉਹ ਹੈਗਾ ਤੁਹਾਡਾ ਸਟਾਰ ਸਟਾਰ, ਤਾਂ ਜਿਹੜੇ ਸਿਟੀ ਦੇ ਕਨੈਕਸ਼ਨ ਆਗੇ ਉਹ ਡੈਲਟਾ ਡੈਲਟਾ ਹੋਣਗੇ। ਅਤੇ ਜੇ ਟਰਾਂਸਫਾਰਮਰ ਜਿਹੜਾ ਤੁਹਾਡਾ ਉਹ ਸਟਾਰ ਡੈਲਟਾ ਹੈਗਾ, ਸਟਾਰ ਡੈਲਟਾ ਹੈਗਾ, ਤਾਂ ਸਿਟੀ ਦੇ ਕਨੈਕਸ਼ਨ ਡੈਲਟਾ ਸਟਾਰ ਹੋਣਗੇ। ਉਸ ਦੀ ਲਾਸਟ ਰਹੇਗਾ ਤੁਹਾਡਾ ਡੈਲਟਾ ਸਟਾਰ, ਤਾਂ ਇਹਦੇ ਵਿੱਚ ਜਿਹੜੇ ਸਿਟੀ ਦੇ ਕਨੈਕਸ਼ਨ ਆਗੇ ਤੁਹਾਡੇ ਉਹ ਕਿਹੜੇ ਹੋਣਗੇ, ਸਟਾਰ ਡੈਲਟਾ ਹੋਣਗੇ। ਇਹ ਗੱਲ ਯਾਦ ਰੱਖਣੀ, ਪੇਪਰ ਦੇ ਵਿੱਚ ਇਹ ਪੁੱਛਿਆ ਜਾਂਦਾ ਹੈਗਾ। ਠੀਕ ਹੈ ਜੀ, ਇਹ ਸੀਗੀ ਸਾਡੀ ਮਰਜ ਪ੍ਰਾਈਸ ਪ੍ਰੋਟੈਕਸ਼ਨ ਸਕੀਮ ਫੋਰ ਏ ਟਰਾਂਸਫਾਰਮਰ। ਓਕੇ ਜੀ, ਇਸ ਤੋਂ ਬਾਅਦ ਸਾਡੇ ਕੋਲੇ ਮਰਜ ਪ੍ਰਾਈਸ ਪ੍ਰੋਟੈਕਸ਼ਨ ਤੋਂ ਬਾਅਦ ਸਾਡੇ ਕੋਲੇ ਜਿਹੜਾ ਨੈਕਸਟ ਆਉਂਦਾ ਹੈਗਾ ਉਹ ਸਾਡੀ ਆਉਂਦੀ ਹੈਗੀ ਬੱਸ ਬਾਰ ਪ੍ਰੋਟੈਕਸ਼ਨ। ਬੱਸ ਬਾਰ ਪ੍ਰੋਟੈਕਸ਼ਨ ਦੇ ਵਿੱਚ ਦੇਖੋ ਜੀ ਕੀ ਆ, ਬੱਸ ਬਾਰ ਪ੍ਰੋਟੈਕਸ਼ਨ ਦੇ ਵਿੱਚ ਉਹੀ ਡਿਫਰੈਂਸ਼ੀਅਲ ਲਈ ਯੂਜ਼ ਕੀਤੀ ਜਾਂਦੀ ਹੈਗੀ। ਸਪੋਜ਼ ਕਰੋ ਸਾਡੇ ਕੋਲੇ ਆ ਇਨਕਮਿੰਗ ਫੀਡਰ ਹੈਗਾ, ਇਨਕਮਿੰਗ ਫੀਡਰ ਦੇ ਵਿੱਚ ਇੱਕ ਸਰਕਟ ਬ੍ਰੇਕਰ ਲੱਗਿਆ ਹੋਇਆ ਹੈਗਾ। ਉਸ ਤੋਂ ਬਾਅਦ ਇਹ ਜਿਹੜਾ ਇਨਕਮਿੰਗ ਫੀਡਰ ਹੈਗਾ ਇਹ ਅੱਗੇ 2 ਫੀਡਰਾਂ ਨੂੰ ਸਪਲਾਈ ਕਰ ਰਿਹਾ ਸਪੋਜ਼, ਤਾਂ ਇਸ 'ਤੇ ਕੀ ਕਰਾਂ, ਇੱਥੇ ਸਰਕਟ ਬ੍ਰੇਕਰ 2 ਹੋਰ ਲੱਗੇ ਹੋਏ ਨੇਗੇ। ਅਸੀਂ ਕੀ ਕਰਾਂਗੇ, ਅਸੀਂ ਇੱਕ ਸੀਟੀ ਤਾਂ ਇੱਥੇ ਲਗਾਵਾਂਗੇ ਅਤੇ ਉਸ ਤੋਂ ਬਾਅਦ ਇਹਨਾਂ ਦੇ ਦੋਨਾਂ ਦੇ ਵਿੱਚ ਸੀਟੀ ਲਗਾਵਾਂਗੇ ਇੱਥੇ, ਅਤੇ ਇਹਨਾਂ ਨੂੰ ਅਸੀਂ ਨੀਚੇ ਸ਼ਾਰਟ ਕਰਦੇ ਹੋਏ ਇੱਦਾਂ ਇਸ ਕਨੈਕਸ਼ਨ ਨੂੰ ਜੋੜ ਕੇ ਇੱਥੇ ਅਸੀਂ ਆਪਰੇਟਿੰਗ ਕੋਇਲ ਲਗਾ ਦਾਂਗੇ। ਇਹ ਜਿਹੜੀ ਆਪਰੇਟਿੰਗ ਕੋਇਲ ਹੈ ਟ੍ਰਿਪ ਸਰਕਟ ਨੂੰ, ਇਹਨਾਂ ਦਾ ਜਿਹੜੀ ਕਨੈਕਸ਼ਨ ਆਗੇ ਇਹ ਟ੍ਰਿਪ ਕੋਇਲ ਨੂੰ ਭੇਜ ਦਾਂਗੇ। ਤਾਂ ਇਹਦੇ ਵਿੱਚ ਵੀ ਸੇਮ ਫਿਨੋਮਨਾ, ਕੋਈ ਨਵਾਂ ਫਿਨੋਮਨਾ ਹੈ ਨਹੀਂ ਗਾ। ਆਹ ਜਿਹੜੀ ਹੈ ਸਾਡੀ ਇਹ ਬੱਸ ਬਾਰ ਆ ਗਈ ਸਾਡੀ, ਹੈ ਨਾ, ਇਹ ਬੱਸ ਬਾਰ ਆ ਗਈ ਸਾਡੀ, ਇਨਕਮਿੰਗ ਬੱਸ ਬਾਰ ਹੈ, ਆਊਟਗੋਇੰਗ ਬੱਸ ਬਾਰ ਆ ਗਈ। ਇਹਨਾਂ ਜਿਹੜੇ ਕਰੰਟ ਆ, ਜਿੰਨਾ ਬੱਸ ਬਾਰ ਦੇ ਕਿਸੇ ਸਬਸਟੇਸ਼ਨ ਦੇ ਅੰਦਰ ਕਰੰਟ ਐਂਟਰ ਕਰਦਾ ਹੈਗਾ ਉਹਨਾਂ ਸਲੀਵ ਵੀ ਕਰਨਾ ਚਾਹੀਦਾ ਹੈਗਾ। ਕਿਸੇ ਵੀ ਕਾਰਨ ਦੇ ਵਿੱਚ ਜੇ ਕੋਈ ਦਿੱਕਤ ਆਏਗੀ ਤਾਂ ਇੱਥੇ ਜਦੋਂ ਫਾਲਟ ਆਏਗਾ ਜਾਂ ਇੱਥੇ ਫਾਲਟ ਆਏਗਾ ਉਸ ਵੇਲੇ ਕੀ ਹੋਏਗਾ, ਸਾਡਾ ਇੱਧਰ ਜਾਣ ਵਾਲਾ ਕਰੰਟ ਜਿਹੜਾ ਉਹ ਸਾਡਾ ਘਟੇਗਾ। ਤਾਂ ਉਸ ਕੇਸ ਦੇ ਵਿੱਚ ਸਾਡੀ ਆਪਰੇਟਿੰਗ ਕੋਇਲ ਆ ਜਿਹੜੀ ਉਹ ਸਾਡੀ ਕੰਮ ਕਰੇਗੀ। ਤਾਂ ਇਹ ਕਿਹੜੀ ਬੱਸ ਬਾਰ ਦੇ ਵਿੱਚ ਵੀ ਅਸੀਂ ਡਿਫਰੈਂਸ਼ੀਅਲ, ਇਹਨੂੰ ਆਪਾਂ ਡਿਫਰੈਂਸ਼ੀਅਲ ਪ੍ਰੋਟੈਕਸ਼ਨ ਕਹਿੰਦੇ ਹਾਂ। ਬੱਸ ਬਾਰ ਦੇ ਵਿੱਚ ਵੀ ਡਿਫਰੈਂਸ਼ੀਅਲ ਪ੍ਰੋਟੈਕਸ਼ਨ ਹੈ ਜਿਹੜੀ ਅਸੀਂ ਬੱਸ ਬਾਰ ਪ੍ਰੋਟੈਕਸ਼ਨ ਹੈਗੀ ਇਹ ਪ੍ਰੋਟੈਕਸ਼ਨ। ਠੀਕ ਹੈ ਜੀ, ਇਹਨੂੰ ਆਪਾਂ ਬੱਸ ਬਾਰ ਪ੍ਰੋਟੈਕਸ਼ਨ ਡਿਫਰੈਂਸ਼ੀਅਲ ਲਈ ਯੂਜ਼ ਕਰਕੇ ਅਸੀਂ ਬੱਸ ਬਾਰ ਦੀ ਪ੍ਰੋਟੈਕਸ਼ਨ ਕੀਤੀ ਹੈਗੀ। ਓਕੇ ਜੀ, ਨੈਕਸਟ ਜਿਹੜੀ ਸਾਡੇ ਕੋਲ ਪ੍ਰੋਟੈਕਸ਼ਨ ਹੈਗੀ ਜੀ, ਉਹ ਜਿਹੜੇ ਸਾਡੇ ਫੀਡਰਸ ਨੇਗੇ, ਜੇ ਅਸੀਂ ਫੀਡਰ ਦੀ ਪ੍ਰੋਟੈਕਸ਼ਨ ਕਰਨੀ ਹੋਵੇ ਫੀਡਰ ਦੀ ਪ੍ਰੋਟੈਕਸ਼ਨ ਕਿਵੇਂ ਕੀਤੀ ਜਾਂਦੀ ਹੈਗੀ। ਹੁਣ ਫੀਡਰ ਜਿਹੜੇ ਹੁੰਦੇ ਹੈਗੇ ਉਹ ਬਹੁਤ ਵੱਡੇ ਹੁੰਦੇ ਆ, ਤਾਂ ਫੀਡਰਾਂ ਦੇ ਵਿੱਚ ਜੇ ਅਸੀਂ ਕਹੀਏ ਵੀ ਅਸੀਂ ਜਿਹੜੀ ਆਪਣੀ ਰਿਲੇ ਹੈਗੀ, ਜਿਹੜੀ ਸਾਡੀ ਡਿਫਰੈਂਸ਼ੀਅਲ ਰਿਲੇ ਲਾਉਣੀ ਉਹ ਔਖੀ ਹੈਗੀ, ਉਹਨਾਂ ਦੀ ਦੇਖੋ ਪ੍ਰੋਟੈਕਸ਼ਨ ਕਿਵੇਂ ਹੁੰਦੀ ਹੈ। ਸਭ ਤੋਂ ਪਹਿਲਾਂ ਫੀਡਰ ਦੀ ਪ੍ਰੋਟੈਕਸ਼ਨ ਦੇ ਵਿੱਚ ਜਿਹੜੀ ਪਹਿਲੀ ਪ੍ਰੋਟੈਕਸ਼ਨ ਆਉਂਦੀ ਹੈਗੀ ਦੈਟ ਇਜ਼ ਟਾਈਮ ਗਰੇਡਡ ਪ੍ਰੋਟੈਕਸ਼ਨ, ਟਾਈਮ ਗਰੇਡਡ ਪ੍ਰੋਟੈਕਸ਼ਨ ਫॉर ਰੇਡੀਅਲ ਫੀਡਰ, ਪ੍ਰੋਟੈਕਸ਼ਨ ਫॉर ਰੇਡੀਅਲ ਫੀਡਰ। ਰੇਡੀਅਲ ਫੀਡਰ ਦਾ ਮਤਲਬ, ਰੇਡੀਅਲ ਫੀਡਰ ਤੁਹਾਨੂੰ ਪਤਾ ਵੀ ਕੀ ਹੁੰਦਾ ਹੈਗਾ, ਵੀ ਸਪੋਜ਼ ਕਰੋ ਇੱਦਾਂ ਸਾਡੇ ਕੋਲ ਜੇ ਕੋਈ ਫੀਡਰ ਜਾ ਰਿਹਾ ਹੈਗਾ, ਇੱਥੇ ਕਰੰਟ ਇੱਥੇ ਕਰੰਟ ਇੱਥੇ ਕਰੰਟ, ਤਾਂ ਉਸ ਕੇਸ ਦੇ ਵਿੱਚ ਕੀ ਕੀਤਾ ਜਾਵੇ, ਸਪੋਜ਼ ਕਰੋ ਇੱਕ ਆ ਤੁਹਾਡਾ ਜਨਰੇਟਿੰਗ ਸਟੇਸ਼ਨ ਹੈਗਾ, ਇੱਥੇ ਅਸੀਂ ਸਟੈਪ ਡਾਊਨ ਟਰਾਂਸਫਾਰਮਰ ਲਗਾਇਆ ਹੋਇਆ ਹੈਗਾ। ਉਸ ਤੋਂ ਬਾਅਦ ਸਾਡੇ ਕੋਲ ਇੱਕ ਸਰਕਟ ਬ੍ਰੇਕਰ ਇੱਥੇ ਲੱਗਿਆ ਹੋਇਆ, ਇੱਕ ਸਰਕਟ ਬ੍ਰੇਕਰ ਇੱਥੇ ਲੱਗਿਆ ਹੋਇਆ, ਇੱਕ ਇੱਥੇ ਲੱਗਿਆ ਹੋਇਆ, ਇੱਕ ਇੱਥੇ ਲੱਗਿਆ ਹੋਇਆ। ਅਸੀਂ ਘਰ ਲਿਆ ਬੜੀਆਂ ਸੀਗੀਆਂ IDMT ਰਿਲੇਜ਼ ਵੀ, ਉਹਨਾਂ ਦਾ ਅਸੀਂ ਟਾਈਮ ਸੈੱਟ ਕਰ ਸਕਦੇ ਵੀ ਕਿੰਨੇ ਟਾਈਮ ਤੋਂ ਬਾਅਦ ਆਪਰੇਟ ਹੋਣ। ਤਾਂ ਹਮੇਸ਼ਾ ਹੁੰਦਾ ਕੀ ਹੈਗਾ, ਰਿਲੇ ਦਾ ਇੱਕ ਟਾਈਮ ਸੈੱਟ ਹੁੰਦਾ। ਇਹ ਜਿਵੇਂ ਮੰਨ ਲਓ ਸਪੋਜ਼ ਕਰੋ ਇਸ ਰਿਲੇ ਦਾ ਟਾਈਮ ਸੈੱਟ ਹੈਗਾ 0.1 ਸੈਕਿੰਡ, ਇਹਦਾ ਹੈਗਾ 0.6 ਸੈਕਿੰਡ, ਇਹਦਾ ਹੈਗਾ 0.8 ਸੈਕਿੰਡ, ਉਸ ਤੋਂ ਬਾਅਦ ਅਸੀਂ ਰੱਖਿਆ 1.5 ਸੈਕਿੰਡ, ਉਸ ਤੋਂ ਬਾਅਦ ਜਿਹੜਾ ਅਸੀਂ ਰੱਖਿਆ ਹੋਏਗਾ 2.1 ਸੈਕਿੰਡ ਰੱਖਿਆ ਹੋਇਆ ਹੈਗਾ। ਸਪੋਜ਼ ਕਰੋ ਜਿਹੜਾ ਤੁਹਾਡਾ ਫਾਲਟ ਅਕਰ ਹੋ ਰਿਹਾ ਹੈਗਾ ਉਹ ਇੱਥੇ ਕਿਸੇ F ਪੁਆਇੰਟ ਦੇ ਉੱਪਰ ਫਾਲਟ ਪੈਂਦਾ ਹੈਗਾ, ਤਾਂ F ਪੁਆਇੰਟ ਦੇ ਉੱਪਰ ਜਦੋਂ ਫਾਲਟ ਪੈਂਦਾ ਹਮੇਸ਼ਾ ਇਟ ਇਜ਼ ਰਿਕੁਆਇਰਡ ਕਿ ਸਿਰਫ ਉਹੀ ਜਿਹੜਾ ਸੈਕਸ਼ਨ ਹੈਗਾ ਉਹੀ ਸੈਕਸ਼ਨ ਆਈਸੋਲੇਟ ਹੋਣਾ ਚਾਹੀਦਾ ਹੈਗਾ, ਉਹੀ ਸੈਕਸ਼ਨ ਆਈਸੋਲੇਟ ਹੋਵੇ ਜਿੱਥੇ ਫਾਲਟ ਪਵੇ। ਇਹ ਨਾ ਹੋਵੇ ਵੀ ਇੱਕ ਸੈਕਸ਼ਨ ਦੇ ਵਿੱਚ ਫਾਲਟ ਇੱਥੇ ਪਿਆ ਅਤੇ ਆ ਸਾਰਾ ਜਿਹੜਾ ਫੀਡਰ ਹੈ ਟ੍ਰਿਪ ਹੋ ਜਾਵੇ। ਤਾਂ ਹਮੇਸ਼ਾ ਕੀ ਕੀਤਾ ਜਾਂਦਾ, ਜਿਹੜੀ ਇਹਨਾਂ ਸਰਕਟ ਬ੍ਰੇਕਰਾਂ ਦੇ ਨਾਲ ਜਿਹੜੀਆਂ ਰਿਲੇਜ਼ ਲੱਗੀਆਂ ਹੋਈਆਂ ਨੇਗੀਆਂ ਉਹ ਰਿਲੇਆਂ ਦਾ ਇੱਕ ਨਾ ਇੱਕ ਟਾਈਮ ਆਪਾਂ ਅਸੀਂ ਸੈੱਟ ਕੀਤਾ ਹੋਇਆ ਪਹਿਲਾਂ। ਸਪੋਜ਼ ਕਰੋ ਜਦੋਂ F ਦੇ ਉੱਪਰ ਕੋਈ ਫਾਲਟ ਪੈਂਦਾ ਹੈਗਾ ਤਾਂ ਜਿਹੜਾ ਨੀਅਰੈਸਟ ਜਿਹੜਾ ਸਰਕਟ ਬ੍ਰੇਕਰ ਆ ਇਹ ਆਪਰੇਟ ਹੋਏਗਾ, ਇਹ ਆਪਰੇਟ ਹੋ ਕੇ ਸਾਡੇ ਸਰਕਟ ਨੂੰ ਇੱਥੋਂ ਆਈਸੋਲੇਟ ਕਰ ਦੇਗਾ। ਤਾਂ ਬਾਕੀ ਬਟ ਉਸ ਵੇਲੇ ਬਾਕੀ ਸਾਰੇ ਥਾਵਾਂ ਦੇ ਉੱਪਰ ਜਿਹੜਾ ਸਾਡਾ ਕਰੰਟ ਉਹ ਅਵੇਲੇਬਲ ਹੋਣਾ ਚਾਹੀਦਾ ਹੈਗਾ, ਤਾਂ ਕਿ ਬਾਕੀ ਦੇ ਉੱਪਰ ਜਿਹੜੀ ਬਲੈਕਆਊਟ ਨਾ ਹੋਵੇ, ਉੱਥੇ ਸਾਡੀ ਸਪਲਾਈ ਜਿਹੜੀ ਨਿਰੰਤਰ ਚੱਲਦੀ ਰਹੇ। ਜੇ ਸਪੋਜ਼ ਕਰੋ ਹੁਣ ਬਾਈ ਕਿਸੇ ਵੀ ਕਾਰਨ ਕਰਕੇ ਜਿਹੜਾ ਆਹ ਸਰਕਟ ਬ੍ਰੇਕਰ ਹੈਗਾ ਇਹ ਫੇਲ ਹੋ ਜਾਂਦਾ ਆਪਰੇਟ ਹੋਣ ਤੋਂ, ਕਿਸੇ ਵੀ ਕਾਰਨ ਕਰਕੇ ਉਹ ਇਹ ਸੈਂਸ ਨਹੀਂ ਕਰ ਪਾਉਂਦਾ ਫਾਲਟ ਨੂੰ, ਅਤੇ ਆਪਰੇਟ ਵਾਸਤੇ ਫੇਲ ਹੋ ਜਾਂਦਾ, ਤਾਂ 0.6 ਸੈਕਿੰਡ ਵਾਸਤੇ ਤਾਂ ਇਹਨੂੰ ਵੇਟ ਕਰੇਗਾ ਕਿ ਓਵਰ ਕਰੰਟ ਲੰਘਣ ਲੱਗ ਗਿਆ, ਓਵਰ ਕਰੰਟ 0.6 ਸੈਕਿੰਡ ਵਾਸਤੇ ਲੰਘੀ ਜਾਏਗਾ। ਤਾਂ ਉਸ ਤੋਂ ਬਾਅਦ ਕੀ ਕਰੇਗਾ, ਜਦ ਇਹਨੂੰ ਪਤਾ ਲੱਗ ਗਿਆ ਵੀ ਆਹ ਫਾਲਟ ਟ੍ਰਿਪ ਨਹੀਂ ਹੋਇਆ, ਹਜੇ ਵੀ ਕਰੰਟ ਫਲੋ ਹੋਈ ਜਾਂਦਾ ਹੈਗਾ, ਤਾਂ ਇਹ ਜਿਹੜਾ ਸਰਕਟ ਬ੍ਰੇਕਰ ਆ ਇੱਥੋਂ ਆਈਸੋਲੇਟ ਹੋ ਜਾਏਗਾ, ਫਿਰ ਇਹਨਾਂ ਸੈਕਸ਼ਨ ਆਈਸੋਲੇਟ ਹੋ ਜਾਏਗਾ। ਬਾਈ ਚਾਂਸ ਇੱਥੇ ਵੀ ਕੋਈ ਦਿੱਕਤ ਆਉਂਦੀ ਉਸ ਤੋਂ ਬਾਅਦ ਵੱਧ ਟਾਈਮ ਵਾਸਤੇ 0.8 ਸੈਕਿੰਡ ਵਾਸਤੇ ਇਹ ਵੇਟ ਕਰ ਰਿਹਾ ਸੀਗਾ, ਫਿਰ ਅਦਰਵਾਈਜ਼ ਇਹ ਟ੍ਰਿਪ ਕਰ ਜਾਏਗਾ।
ਤਾਂ ਸਾਡਾ ਸੈਕਸ਼ਨ ਇੱਥੋਂ ਜਿਹੜਾ ਸੈਕਸ਼ਨ ਹੈ ਸਾਡਾ ਆਈਸੋਲੇਟ ਹੋ ਜਾਏਗਾ। ਤਾਂ ਇਸ ਤਰੀਕੇ ਨਾਲ ਅਸੀਂ ਟਾਈਮ ਜਿਹੜੀ ਹੁੰਦੀ ਹੈਗੀ ਟਾਈਮ ਗ੍ਰੇਡਡ ਪ੍ਰੋਟੈਕਸ਼ਨ ਕੀਤੀ ਹੁੰਦੀ ਹੈਗੀ। ਇਸ ਤੋਂ ਬਾਅਦ ਜਿਹੜੀ ਇਹ ਸੀਗਾ ਸਾਡਾ ਰੇਡੀਅਲ ਫੀਡਰ। ਰੇਡੀਅਲ ਤੋਂ ਬਾਅਦ ਸਾਡੇ ਕੋਲ ਜਿਵੇਂ ਪੈਰਲ ਫੀਡਰ ਆਉਂਦੇ ਹੈਗੇ। ਪੈਰਲ ਫੀਡਰ ਦੀ ਜਿਹੜੀ ਡਾਇਗਰਾਮ ਉਹ ਥੋੜ੍ਹੀ ਜਿਹੀ ਵੱਖਰੀ ਹੈਗੀ ਵੀ ਮੰਨ ਲਓ ਸਾਡੇ ਕੋਲ ਦੋ ਪੈਰਲ ਦੇ ਵਿੱਚ ਫੀਡਰ ਜਾ ਰਹੇ ਹੈਗੇ। ਇੱਕ ਪੈਰਲ ਇੱਥੇ ਜਾ ਰਿਹਾ ਹੈਗਾ, ਇੱਧਰ ਨੂੰ ਆਹ ਦੋ ਸਰਕਟ ਬ੍ਰੇਕਰ ਲੱਗੇ ਹੋਏ ਨੇਗੇ, ਅਤੇ ਇੱਕ ਜਿਹੜਾ ਸਾਡਾ ਇੱਥੇ ਲੱਗਿਆ ਹੋਇਆ ਹੈਗਾ। ਇਹਦੇ ਵਿੱਚ ਦੇਖੋ ਕੀ ਹੋਏਗਾ, ਸਾਡਾ ਇੱਥੋਂ ਜਿਹੜਾ ਕਰੰਟ ਜਾਏਗਾ, ਦੇਖੋ ਇੱਥੇ ਜਿਹੜੀਆਂ ਜਨਰੇਟਿੰਗ ਸਟੇਸ਼ਨ ਦੇ ਨਾਲ ਲਾਈਆਂ ਹੋਈਆਂ ਨੇ ਰਿਲੇਜ਼ ਅਸੀਂ, ਇਹ ਨੋਨ ਡਾਇਰੈਕਸ਼ਨਲ ਰਿਲੇਜ਼ ਨੇਗੀ। ਨੋਨ ਡਾਇਰੈਕਸ਼ਨਲ ਰਿਲੇ ਦਾ ਮਤਲਬ ਹੁੰਦਾ ਵੀ ਕਰੰਟ ਕਿਸੇ ਪਾਸੇ ਮਰਜ਼ੀ ਜਾਵੇ, ਇਹ ਸਾਡੀਆਂ ਆਪਰੇਟ ਹੋਣਗੀਆਂ। ਕਿਸੇ ਪਾਸੇ ਮਰਜ਼ੀ ਜਾਵੇ, ਸਿਰਫ ਓਵਰ ਕਰੰਟ ਦੇ ਆਪਰੇਟ ਹੋਣਗੇ। ਇਹ ਓਵਰ ਕਰੰਟ ਰਿਲੇ ਨੇਗੇ, ਜੇ ਕਰੰਟ ਜ਼ਿਆਦਾ ਜਾਊਗਾ ਤਾਂ ਆਪਰੇਟ ਹੋਣਗੀਆਂ। ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇਗੀਆਂ, ਮੰਨ ਲਓ ਇੱਕ ਆਹ ਸਰਕਟ ਬ੍ਰੇਕਰ ਹੈਗਾ, ਇੱਕ ਆਹ ਸਰਕਟ ਬ੍ਰੇਕਰ ਹੈਗਾ, ਜੇ ਇਹਦੇ ਵਿੱਚ ਇੱਧਰ ਨੂੰ ਕਰੰਟ ਜਾਏਗਾ ਤਾਂ ਇਹ ਡਾਇਰੈਕਸ਼ਨ ਰਿਲੇ ਹੈਗੀ। ਇਹ ਡਾਇਰੈਕਸ਼ਨ ਵਾਲਾ ਹੈਗੀ, ਜੇ ਕਰੰਟ ਇੱਧਰਲੇ ਪਾਸੇ ਨੂੰ ਜਾਏਗਾ ਤਾਂ ਆਪਰੇਟ ਹੋਏਗੀ। ਇਹ ਵੀ ਡਾਇਰੈਕਸ਼ਨ ਰਿਲੇ ਹੈਗੀ। ਆਹ ਜਿਹੜੀ ਹੈਗੀ ਨੋਨ ਡਾਇਰੈਕਸ਼ਨਲ ਆ ਗਈ, ਔਰ ਨੋਨ ਡਾਇਰੈਕਸ਼ਨਲ ਆ ਗਈ। ਇਹ ਸਿਰਫ ਉਦੋਂ ਆਪਰੇਟ ਹੋਏਗੀ ਜਦੋਂ ਓਵਰ ਕਰੰਟ ਹੋਏਗਾ। ਠੀਕ ਹੈ ਜੀ। ਆਹ ਜਿਹੜਾ ਸਾਡੇ ਆਹ ਸਰਕਟ ਬ੍ਰੇਕਰ ਹੈਗਾ, ਇਹ ਵੀ ਡਾਇਰੈਕਸ਼ਨਲ ਆ। ਡਾਇਰੈਕਸ਼ਨਲ ਦਾ ਮਤਲਬ ਹੁੰਦਾ ਹੈਗਾ ਜੇ ਕਰੰਟ ਇੱਧਰ ਨੂੰ ਜਾ ਰਿਹਾ ਠੀਕ ਹੈ, ਜੇ ਕਰੰਟ ਇੱਧਰ ਨੂੰ ਚੱਲ ਗਿਆ, ਚਾਹੇ ਕਰੰਟ ਘੱਟ ਆ ਚਾਹੇ ਵੱਧ ਆ, ਇਹਨੇ ਟ੍ਰਿਪ ਕਰ ਜਾਣਾ ਗਾ। ਇਹਨੂੰ ਆਪਾਂ ਡਾਇਰੈਕਸ਼ਨ ਕਹਿੰਦੇ ਵੀ ਡਾਇਰੈਕਸ਼ਨ ਨੂੰ ਸੈਂਸ ਕਰਦੀ ਹੈ, ਰਿਵਰਸ ਪਾਵਰ ਨੂੰ ਫਲੋ ਨਹੀਂ ਹੋਣ ਦਿੰਦੀ ਹੈਗੀ ਇਹ ਰਿਲੇ। ਹੁਣ ਸਪੋਜ਼ ਕਰੋ ਕਿਸੇ ਵੀ ਇੱਕ ਸੈਕਸ਼ਨ ਦੇ ਵਿੱਚ ਇੱਥੇ ਫਾਲਟ ਪੈ ਜਾਂਦਾ, ਸੌਰੀ ਤੁਹਾਡੇ ਕੋਲੇ ਇੱਥੇ ਇੱਕ ਫਾਲਟ ਪੈ ਜਾਂਦਾ, ਆਹ ਸੈਕਸ਼ਨ ਦੇ ਵਿੱਚ ਇੱਥੇ ਫਾਲਟ ਪੈ ਜਾਂਦਾ ਇੱਥੇ। ਤਾਂ ਜਦੋਂ ਇੱਥੇ ਫਾਲਟ ਪਊਗਾ, ਦੇਖੋ ਹਮੇਸ਼ਾ ਜਿਹੜਾ ਕਰੰਟ ਹੁੰਦਾ ਗਾ ਉਹ ਕਿੱਧਰ ਦੀ ਆਊਗਾ। ਪਹਿਲੀ ਗੱਲ ਤਾਂ ਜਿਹੜਾ ਕਰੰਟ ਆਊਗਾ ਸਾਡਾ ਉਹ ਇੱਧਰਲੇ ਪਾਸੇ ਆ, ਜਿਹੜਾ 2 ਨੰਬਰ ਆਹ 1 ਨੰਬਰ ਫੀਡਰ ਹੈਗਾ, ਆਹ 2 ਨੰਬਰ ਫੀਡਰ ਆ। ਪਹਿਲਾਂ ਤਾਂ 2 ਨੰਬਰ ਫੀਡਰ ਤੋਂ ਕਰੰਟ ਤਾਂ ਆਵੇਗੀ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗਾ। 2 ਨੰਬਰ ਫੀਡਰ ਇਹਨੂੰ ਫੀਡ ਕਰੇਗਾ ਨਾ, ਇਸ ਸਰਕਟ ਬ੍ਰੇਕਰ ਵਿੱਚ ਹੁੰਦਾ ਹੋਇਆ ਕਰੰਟ ਇੱਧਰ ਨੂੰ ਆਵੇਗਾ। ਦੂਜਾ ਕਰੰਟ ਕਿੱਥੋਂ ਆਵੇਗਾ, ਹੁਣ ਲੋਡ ਦੀ ਇੰਪੀਡੈਂਸ ਜਿਹੜੀ ਹੁੰਦੀ ਉਹ ਵੱਧ ਹੁੰਦੀ ਹੈ, ਪਰ ਜਿਹੜੀ ਫਾਲਟ ਦੀ ਇੰਪੀਡੈਂਸ ਹੁੰਦੀ ਹੈਗੀ ਉਹ ਬਹੁਤ ਘੱਟ ਹੁੰਦੀ ਹੈਗੀ। ਤਾਂ ਹਮੇਸ਼ਾ ਜਿਹੜਾ ਕਰੰਟ ਹੁੰਦਾ ਹੈਗਾ ਉਹ ਸਾਡਾ ਪਹਿਲਾ ਜਿਹੜਾ ਫੀਡਰ ਨੰਬਰ 1 ਆ ਉਹ ਵੀ ਇੱਦਾਂ ਕਰੰਟ ਦੇਵੇਗਾ। ਤਾਂ ਇਸ ਕੇਸ ਦੇ ਵਿੱਚ ਕੀ ਹੋਏਗਾ, ਸਾਡੇ ਕੋਲ ਜਿਹੜੀ ਆਹ ਗਈ ਇਹਨੂੰ ਤਾਂ ਕੁਛ ਪਤਾ ਨਹੀਂ ਲੱਗ ਰਿਹਾ, ਤਾਂ ਨਾਰਮਲ ਕਰੰਟ ਜਿਹੜਾ ਲੋਡ ਵੱਲ ਜਾਣਾ ਸੀਗਾ ਉਹਨਾਂ ਕਿੱਧਰ ਆ ਗਿਆ। ਤਾਂ ਇਹਨੂੰ ਤਾਂ ਕੁਛ ਨਹੀਂ ਪਤਾ ਲੱਗਿਆ ਹੈਗਾ ਨਾ ਵੀ ਇਹ ਓਵਰ ਕਰੰਟ ਹੋਇਆ ਕਿ ਨਹੀਂ ਹੋਇਆ, ਨਾ ਇਹਨੂੰ ਪਤਾ ਲੱਗਿਆ। ਇਹ ਤਾਂ ਜੇ ਇੱਧਰ ਨੂੰ ਕਰੰਟ ਜਾਊ ਤਾਂ ਇਹਨੇ ਆਪਰੇਟ ਕਰਨਾ, ਇੱਧਰ ਨੂੰ ਤਾਂ ਜਿਹੜਾ ਨਾਰਮਲ ਕਰੰਟ ਜਾ ਰਿਹਾ ਹੈਗਾ। ਬਟ ਆਹ ਕਰੰਟ ਇਕੱਠਾ ਹੋ ਕੇ ਅਤੇ ਇੱਧਰੋਂ ਇਕੱਠਾ ਹੋ ਕੇ ਇੱਥੇ ਜ਼ਿਆਦਾ ਕਰੰਟ ਵੱਧ ਗਿਆ। ਹੁਣ ਇਸ ਕਰੰਟ ਨੂੰ ਜਿਹੜਾ ਸੈਂਸ ਕਰੂਗੀ ਉਹ ਆਹ ਸਰਕਟ ਬ੍ਰੇਕਰ ਸੈਂਸ ਕਰੂਗਾ, ਕਿਉਂਕਿ ਇਹ ਡਾਇਰੈਕਸ਼ਨਲ ਆ। ਇਹ ਕਰੰਟ ਨੂੰ ਸਿਰਫ ਇੱਧਰ ਲੰਘਣ ਦਿੰਦੀ ਹੈ, ਇੱਧਰ ਨੂੰ ਨਹੀਂ ਲੰਘਣ ਦਿੰਦੀ ਹੈਗੀ। ਤਾਂ ਆਹ ਜਿਹੜੀ ਸਾਡੀ ਰਿਲੇ ਹੈਗੀ, ਇੱਥੋਂ ਸਾਡੀ ਜਿਹੜੀ ਰਿਲੇ ਹੈਗੀ ਉਹ ਟ੍ਰਿਪ ਕਰ ਜਾਏਗੀ। ਆਹ ਸਰਕਟ ਬ੍ਰੇਕਰ ਇੱਥੋਂ ਸਾਡਾ ਓਪਨ ਹੋ ਜਾਏਗਾ। ਜਦੋਂ ਇਹ ਸਾਡਾ ਓਪਨ ਹੋ ਗਿਆ, ਹੁਣ ਜਿਹੜਾ ਸਾਡਾ ਸਰਕਟ ਆ ਇੰਨਾ ਸਰਕਟ ਇਹ ਜਦੋਂ ਓਪਨ ਹੋ ਗਿਆ, ਹੁਣ ਆਹ ਜਿਹੜਾ ਫੀਡਰ ਹੈਗਾ ਇਹ ਓਪਨ ਹੋ ਗਿਆ। ਇੱਧਰਲੇ ਪਾਸੇ ਜਿਹੜਾ ਕਰੰਟ ਇੱਧਰਲੇ ਪਾਸੇ ਕਰੰਟ ਜਾਂਦਾ ਰਿਹਾ, ਹੁਣ ਤਾਂ ਇੱਧਰ ਜਾਣਾ ਹੀ ਪਊਗਾ ਨਾ ਜਦੋਂ ਸਰਕਟ ਇੱਧਰੋਂ ਓਪਨ ਹੋ ਗਿਆ, ਅਤੇ ਇੱਧਰੋਂ ਸਰਕਟ ਜਾਂਦਾ ਰਿਹਾ, ਅਤੇ ਜਿਹੜਾ ਆਹ ਸਰਕਟ ਜਿਹੜਾ ਸਾਡਾ ਇਹ ਓਪਨ ਹੋ ਜਾਏਗਾ। ਜਿਹਦੇ ਵਿੱਚ ਓਵਰ ਕਰੰਟ ਹੋਇਆ ਤਾਂ ਆਹ ਸਰਕਟ ਬ੍ਰੇਕਰ ਵੀ ਟ੍ਰਿਪ ਹੋ ਜਾਏਗਾ। ਤਾਂ ਜਿਹੜਾ ਪੈਰਲਲ ਫੀਡਰ 2 ਸੀਗਾ ਇਹ ਸਾਡਾ ਬੰਦ ਹੋ ਜਾਏਗਾ, ਫੀਡਰ ਨੰਬਰ 1 ਸਾਡਾ ਚੱਲਦਾ ਰਹੇਗਾ। ਹੁਣ ਇਹੀ ਜੇ ਫਾਲਟ ਸਾਡਾ ਉੱਪਰ ਪੈ ਜਾਂਦਾ ਇੱਥੇ, ਤਾਂ ਉਸ ਕੇਸ ਦੇ ਵਿੱਚ ਇਹਨੇ ਟ੍ਰਿਪ ਹੋਣਾ ਸੀਗਾ। ਠੀਕ ਹੈ ਜੀ। ਇਸ ਚੀਜ਼ ਨੂੰ ਅਸੀਂ ਕਹਿੰਦੇ ਹਾਂਗੇ ਜੀ ਟਾਈਮ ਗ੍ਰੇਡਡ ਪ੍ਰੋਟੈਕਸ਼ਨ ਫॉर ਦਾ ਪੈਰਲਲ ਫੀਡਰ। ਇਹ ਪੈਰਲਲ ਫੀਡਰ ਵਾਸਤੇ ਸੀਗੀ ਜਿਹੜੀ ਇਹ ਪ੍ਰੋਟੈਕਸ਼ਨ ਸਕੀਮ ਸੀਗੀ ਸਾਡੀ। ਤਾਂ ਇਹ ਸਾਡੀ ਰਿਲੇ। ਇਸ ਤੋਂ ਬਾਅਦ ਜਿਹੜੀ ਸਾਡੀ ਆਉਂਦੀ ਹੈਗੀ ਜੀ ਉਹ ਆਉਂਦੀ ਹੈਗੀ ਡਿਸਟੈਂਸ। ਇੱਕ ਟਰਾਂਸਲੇ, ਇੱਕ ਡਿਫਰੈਂਸ਼ੀਅਲ। ਜੇ ਅਸੀਂ ਇੱਕ ਪੂਰੇ ਫੀਡਰ ਦੀ ਉਹੀ ਜਿਹੜਾ ਆਹ ਹੁੰਦੀਆਂ ਨੇਗੀਆਂ ਜਿਹੜੀਆਂ ਸਾਡੀ ਅਸੀਂ ਡਿਫਰੈਂਸ਼ੀਅਲ ਰੇ ਨਹੀਂ ਪੜ੍ਹੀ ਸੀਗੀ, ਡਿਫਰੈਂਸ਼ੀਅਲ ਪ੍ਰੋਟੈਕਸ਼ਨ ਕਰਨੀ ਹੋਵੇ ਯਾਦ ਰੱਖਣਾ ਗਾ, ਉਸ ਨੂੰ ਕਿਹਾ ਜਾਂਦਾ ਹੈਗਾ ਟਰਾਂਸਲੇ ਸਕੀਮ। ਟਰਾਂਸਲੇ ਸਕੀਮ ਕਿਹਾ ਜਾਂਦਾ ਹੈਗਾ ਜੇ ਅਸੀਂ ਡਿਫਰੈਂਸ਼ੀਅਲ ਪ੍ਰੋਟੈਕਸ਼ਨ ਕਰ ਰਹੇ ਹਾਂ ਕਿਸੇ ਲੰਬੇ ਫੀਡਰ ਦੀ। ਇਹ ਗੱਲ ਯਾਦ ਰੱਖਣੀ ਹੈਗੀ। ਠੀਕ ਹੈ ਜੀ। ਇਸ ਤੋਂ ਬਾਅਦ ਜਿਹੜੀ ਮੋਸਟ ਕਾਮਨ ਜਿਹੜੀ ਪ੍ਰੋਟੈਕਸ਼ਨ ਆਉਂਦੀ ਹੈਗੀ ਦੈਟ ਇਜ਼ ਕਾਲਡ ਡਿਸਟੈਂਸ ਪ੍ਰੋਟੈਕਸ਼ਨ। ਡਿਸਟੈਂਸ ਪ੍ਰੋਟੈਕਸ਼ਨ ਸਕੀਮ। ਡਿਸਟੈਂਸ ਪ੍ਰੋਟੈਕਸ਼ਨ ਸਕੀਮ ਦੇ ਵਿੱਚ ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂਗੇ ਕਿ ਕਿਹੜੀ ਰਿਲੇ ਅਸੀਂ ਯੂਜ਼ ਕਰ ਦਿਆਂਗੇ, ਇੰਪੀਡੈਂਸ ਰਿਲੇ ਯੂਜ਼ ਕਰ ਦਿਆਂਗੇ। ਇੰਪੀਡੈਂਸ ਕਹਿ ਲਓ, ਚਾਹੇ ਰਿਐਕਟੈਂਸ ਕਹਿ ਲਓ, ਚਾਹੇ ਮੋਹ ਕਹਿ ਲਓ। ਕਿਉਂਕਿ ਜੇ ਅਸੀਂ ਡਿਫਰੈਂਸ਼ੀਅਲ ਪ੍ਰੋਟੈਕਸ਼ਨ ਦੇਵਾਂਗੇ ਡਿਸਟੈਂਸ ਦੀ ਥਾਂ 'ਤੇ, ਜਿਹੜੀ ਸਾਡੇ ਕੋਲ ਜਿਹੜੀ ਸਾਡੀ ਟਰਾਂਸਮਿਸ਼ਨ ਲਾਈਨ ਆ, ਮੰਨ ਲਓ ਇਹ 100 ਕਿਲੋਮੀਟਰ ਲੰਬੀ ਆ, ਤਾਂ ਹਮੇਸ਼ਾ ਜਿਹਨੂੰ ਵੀ ਅਸੀਂ ਪ੍ਰੋਟੈਕਟ ਕਰਨਾ ਹੁੰਦਾ ਉੱਥੇ ਜਿਹੜੇ ਸੀਟੀ ਲਗਾਉਣੇ ਹੁੰਦੇ ਹੈਗੇ, ਜਿਹੜੀ ਇਹਨੇ ਸੀਟੀ ਦੀਆਂ ਜਿਹੜੀਆਂ ਆਹ ਵਾਇਰਸ ਹੁੰਦੀਆਂ ਨੇਗੀਆਂ ਆਹ ਵਾਲੀਆਂ, ਇਹ ਵਾਲੀਆਂ ਵਾਇਰਸ ਨੂੰ ਥਰੂ ਆਊਟ ਦਾ ਲਾਈਨ ਸਾਨੂੰ ਲੈ ਕੇ ਜਾਣਾ ਪਏਗਾ। ਤਾਂ ਜਿਸ ਕਰਕੇ ਕੀ ਹੁੰਦਾ ਗਾ ਸਾਡੇ ਜਿਹੜੇ ਸਿਟੀ ਦੇ ਜਿਹੜੀਆਂ ਪਾਇਲਟ ਵਾਇਰਸ ਹੋਣਗੀਆਂ, ਇਹ ਪਾਇਲਟ ਵਾਇਰ ਜਿਹੜੀ ਲੈਂਥ ਹੈਗੀ, ਕਿਉਂਕਿ ਇਹ ਕਿੰਨੀਆਂ ਹੋਣਗੀਆਂ ਸਾਡੀਆਂ 3 ਹੋਣਗੀਆਂ ਹੈ ਨਾ, ਤਿੰਨੇ ਫੇਸਾਂ ਵਾਸਤੇ। ਇੱਧਰ 2 ਤਾਂ ਹੋਣਗੀਆਂ। ਤਾਂ ਜਿਹੜੀਆਂ ਇਹ ਲਾਈਨ ਦੀ ਲੈਂਥ ਹੁੰਦੀ ਹੈ, ਉਹ ਲਾਈਨ ਦੀ ਲੈਂਥ ਕਰਕੇ ਪਾਇਲਟ ਵਾਇਰ ਜਿਹੜੀ ਲੈਂਥ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈਗੀ। ਇਹਦੇ ਕਰਕੇ ਸਾਡੇ ਕੋਲ ਪਾਇਲਟ ਵਾਇਰ ਦੇ ਖਰਚਾ ਵਧਣ ਕਰਕੇ ਅਸੀਂ ਟਰਾਂਸਲੇਅਰ ਰੇ ਨੂੰ ਜਾਂ ਫਿਰ ਤੁਸੀਂ ਕਹਿ ਲਓ ਡਿਫਰੈਂਸ਼ੀਅਲ ਪ੍ਰੋਟੈਕਸ਼ਨ ਸਕੀਮ ਹੈ ਜਿਹੜੀ, ਉਹਨੂੰ ਅਸੀਂ ਲੌਂਗ ਟਰਾਂਸਮਿਸ਼ਨ ਵਾਸਤੇ ਯੂਜ਼ ਨਹੀਂ ਕਰ ਸਕਦੇ ਹੈਗੇ। ਅਤੇ ਲੌਂਗ ਟਰਾਂਸਮਿਸ਼ਨ ਵਾਸਤੇ ਜਿਹੜਾ ਅਸੀਂ ਯੂਜ਼ ਕਰਦੇ ਆਂਗੇ ਉਹ ਕੀ ਯੂਜ਼ ਕਰਦੇ ਹਾਂ ਜੀ, ਉਹ ਹੈਗੀ ਹੈ ਡਿਸਟੈਂਸ ਪ੍ਰੋਟੈਕਸ਼ਨ।
ਡਿਸਟੈਂਸ ਪ੍ਰੋਟੈਕਸ਼ਨ ਦੇ ਵਿੱਚ ਜਿਹੜੀ ਅਸੀਂ ਰਿਲੇ ਯੂਜ਼ ਕਰਨੀ ਹੈ ਅਕੋਰਡਿੰਗ ਟੂ ਦਾ ਡਿਸਟੈਂਸ, ਅਸੀਂ ਇੰਪੀਡੈਂਸ ਰਿਲੇ ਚਾਹੇ ਰਿਐਕਟੈਂਸ ਰਿਲੇ ਚਾਹੇ ਮੋਹ ਰਿਲੇ ਯੂਜ਼ ਕਰਨੀ ਹੈਗੀ। ਅਸੀਂ ਕਰਦੇ ਕੀ ਆਂਗੇ, ਅਸੀਂ ਪੂਰੀ ਜਿਹੜੀ ਟਰਾਂਸਮਿਸ਼ਨ ਲਾਈਨ ਹੁੰਦੀ ਹੈ ਸਾਡੀ, ਉਹਨੂੰ ਅਸੀਂ ਜ਼ੋਨ ਦੇ ਵਿੱਚ ਕਨਵਰਟ ਕਰ ਲੈਂਦੇ ਹਾਂ, ਜ਼ੋਨ 1 ਜ਼ੋਨ 2 ਜ਼ੋਨ 3, ਜ਼ੋਨ 1 Z1 Z2 ਤੇ Z3। ਜੇ ਕੋਈ ਵੀ ਸਾਡਾ ਫਾਲਟ ਆਉਂਦਾ ਹੈਗਾ, ਸਾਡਾ ਫਾਲਟ ਮੰਨ ਲਓ ਇੱਥੇ ਫਾਲਟ ਆਇਆ ਹੈਗਾ, ਤਾਂ ਉਹ ਕੀ ਕਰਦੀ ਹੈ ਕਿ ਜਿਹੜੀ ਆਹ ਇੰਪੀਡੈਂਸ ਪਲੱਸ ਆਹ ਇੰਪੀਡੈਂਸ, ਜਿਹੜੀ ਇੰਪੀਡੈਂਸ ਰਿਲੇ ਹੈਗੀ ਸਾਡੀ ਆ ਦੋ ਇੰਪੀਡੈਂਸ ਨੂੰ ਪੜ੍ਹ ਕੇ ਦੱਸਦੀ ਹੈਗੀ। ਜਿੰਨਾ ਇੰਪੀਡੈਂਸ ਜ਼ਿਆਦਾ ਹੋਏਗਾ ਉਹਨਾਂ ਸਾਡਾ ਕਰੰਟ ਜਿਹੜਾ ਹੋਏਗਾ ਉਹ ਘੱਟ ਹੋਏਗਾ। ਤਾਂ V/I ਦੀ ਜਿਹੜੀ ਰੇਸ਼ੋ ਆ ਗਈ ਹੈ, ਇਹ ਜਿਹੜੀ ਜਿੰਨਾ ਕਰੰਟ ਘੱਟ ਹੋਏਗਾ ਇਹ ਸਾਡੀ ਹੋਏਗੀ ਕੀ ਹੋਏਗੀ ਰਾਜੇ, ਇਹ ਵੱਡੀ ਹੋਏਗੀ, ਹੈ ਨਾ। ਤਾਂ ਜਿੰਨੀ ਵੱਡੀ ਹੈ ਇੱਥੋਂ ਸਾਨੂੰ ਪਤਾ ਲੱਗ ਜਾਂਦਾ ਜਿਹੜਾ ਸਾਡਾ ਡਿਸਟੈਂਸ, ਜਿਹੜਾ ਸਾਡਾ ਫਾਲਟ ਆਏਗਾ ਉਹ ਦੂਰ ਹੈਗਾ, ਉਹ ਫਾਰ ਐਂਡ ਦੇ ਉੱਪਰ ਹੈਗਾ, ਠੀਕ ਹੈ ਜੀ। ਇੱਥੋਂ ਇਹ ਪਤਾ ਲੱਗਦਾ ਹੈਗਾ। ਤੇ ਜੇ ਕਦੇ ਫਾਲਟ ਨੇੜੇ ਪਊਗਾ ਤਾਂ ਨੇੜੇ ਪੈਣ ਦੇ ਕੇਸ ਦੇ ਵਿੱਚ ਸਾਡੇ ਕੋਲ ਕਰੰਟ ਜ਼ਿਆਦਾ ਵਾਪਸ ਆਊਗਾ, ਤਾਂ ਜ਼ਿਆਦਾ ਜੇ ਵਾਪਸ ਆਊਗਾ ਸਾਨੂੰ ਪਤਾ ਲੱਗ ਜਿਹੜਾ ਫਾਲਟ ਹੈਗਾ ਇਹ ਨੀਅਰ ਹੈਗਾ। ਅਸੀਂ ਅਕੋਰਡਿੰਗ ਟੂ ਦਾ ਇੰਪੀਡੈਂਸ ਸਾਡੇ ਰਿਲੇ ਦੇ ਵਿੱਚ ਇਹ ਪੁੱਟ ਸੈੱਟ ਕੀਤਾ ਹੁੰਦਾ ਵੀ ਜੇ ਕਿੰਨਾ ਇੰਪੀਡੈਂਸ ਸ਼ੋਅ ਕਰੇ, ਜੇ 5 ਓਮ ਇੰਪੀਡੈਂਸ ਸ਼ੋਅ ਕਰੇ ਦਾ ਮਤਲਬ ਕੀ ਹੈ 10 ਕਿਲੋਮੀਟਰ ਹੈਗਾ, ਜੇ 15 ਇੰਪੀਡੈਂਸ ਓਮ ਸ਼ੋਅ ਕਰੇ ਦਾ ਮਤਲਬ ਕੀ ਹੈਗਾ 20, ਸਾਡੇ ਇੱਥੇ ਸਾਡੇ ਕੋਲ 15 ਕਿਲੋਮੀਟਰ ਹੈਗਾ, ਠੀਕ ਹੈ ਜੀ। ਜੇ 15 ਓਮ ਸ਼ੋਅ ਕਰੇ ਤਾਂ ਸਾਨੂੰ ਅਸੀਂ ਸੈੱਟ ਕੀਤਾ ਹੁੰਦਾ ਹੈਗਾ, ਸਾਡੀ ਡਿਸਟੈਂਸ ਰਿਲੇ ਸਾਨੂੰ ਟਾਈਮ ਦੱਸ ਦਿੰਦੀ ਹੈ ਵੀ ਕਿੰਨੇ ਟਾਈਮ ਦੇ ਉੱਪਰ ਸਾਡੇ ਕੋਲੇ ਕਿੰਨੇ ਸਾਨੂੰ ਡਿਸਟੈਂਸ ਦੱਸ ਦਿੰਦੀ ਹੈ ਵੀ ਕਿੰਨੇ ਡਿਸਟੈਂਸ ਬਾਅਦ ਸਾਡਾ ਫਾਲਟ ਪਿਆ ਹੋਇਆ ਹੈਗਾ। ਇਹ ਮੋਸਟ ਕਾਮਨ ਯੂਜ਼ਡ ਕੀਤੀ ਜਾਣ ਵਾਲੀ ਰਿਲੇ ਹੈਗੀ ਜਿਹਨੂੰ ਅਸੀਂ ਡਿਸਟੈਂਸ ਰਿਲੇ ਕਹਿੰਦੇ ਹੈਗੇ। ਤਾਂ ਇਹ ਸਾਰੀਆਂ ਪ੍ਰੋਟੈਕਸ਼ਨ ਸਕੀਮ ਸੀਗੀਆਂ, ਠੀਕ ਹੈ ਜੀ।